ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ। ਅੱਜ ਆਪਾਂ ਜਿਹੜਾ ਹੈਗੇ ਆ ਨੈਕਸਟ ਵੀਡੀਓ ਲੈ ਕੇ ਆਏ ਆ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ। ਜਿਹੜੀਆਂ ਦੋ ਤਿੰਨ ਵੀਡੀਓ ਰਹਿ ਗਈਆਂ ਆਪਾਂ ਉਹ ਕੰਪਲੀਟ ਕਰੀਏ ਤੇ ਅਗਲਾ ਜਿਹੜਾ ਟੌਪਿਕ ਆਪਾਂ ਸਟਾਰਟ ਕਰਾਂਗੇ ਕਰਿਕੂਲਮ ਆਫ ਪ੍ਰੀ ਪ੍ਰਾਇਮਰੀ ਸਕੂਲ ਵਾਲਾ ਕਰਾਂਗੇ। ਬਹੁਤ ਹੀ ਮੇਨ ਟੌਪਿਕ ਹੈ ਕਿਉਂਕਿ 25 ਨੰਬਰਾਂ ਦਾ ਟੌਪਿਕ ਆਉਣਾ ਜਿਹੜਾ ਐਨਟੀਟੀ ਟੀਚਰਾਂ ਦੇ ਸਿਲੇਬਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ। ਬਹੁਤ ਵਧੀਆ ਇੰਟਰਸਟਿੰਗ ਟੌਪਿਕ ਹੈ। ਠੀਕ ਹੈ, ਉਸ ਤੋਂ ਬਾਅਦ ਸਟਾਰਟ ਕਰਾਂਗੇ ਆਪਣੀਆਂ। ਇੱਕ ਇਹ ਹੋ ਗਈ, ਇੱਕ ਜਾਂ ਦੋ ਕੁਐਸਚਨ ਜਿਹੜੀਆਂ ਹੈਗੀਆਂ ਵੀਡੀਓ ਆਪਣੀਆਂ ਹੋਰ ਬਣਨਗੀਆਂ ਤਾਂ ਇਹ ਜਿਹੜੀਆਂ ਹੈਗਾ ਆਪਣਾ ਸਿਲੇਬਸ ਸਾਰਾ ਕੰਪਲੀਟ ਹੋ ਜਾਊਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ। ਹੁਣ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਸਟਾਰਟ ਕਰਨੀਆਂ ਸੀਗੀਆਂ ਜਾਂ ਕਰੀਆਂ ਹੋਈਆਂ ਸੀਗੀਆਂ, ਪਹਿਲੇ ਜਿਹੜੇ ਦੋ ਹੈਗੇ ਨੇ ਨੌਲੇਜ ਆਫ ਸਰਵਿਸ ਐਂਡ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆਫ ਨਿਊ ਨੈਸ਼ਨਲ ਪਾਲਿਸੀ, ਇਹ ਦੋ ਚੈਪਟਰ ਆਪਣੇ ਹੋ ਚੁੱਕੇ ਨੇ। ਅੱਜ ਜਿਹੜਾ ਚੈਪਟਰ ਸਟਾਰਟ ਕਰਨਾ ਹੈ ਇਹ ਹੈ ਜੀ। ਠੀਕ ਹੈ, ਪਾਲਿਸੀਸ ਐਂਡ ਪ੍ਰੈਕਟਿਸ ਐਂਡ ਰਿਗਾਰਡਿੰਗ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਜਿਹੜੇ ਪ੍ਰੀ ਮਤਲਬ ਕਿ ਇਹਨਾਂ ਨੇ ਮੇਨ ਨਹੀਂ ਦੱਸਿਆ ਹੋਇਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਪੰਜਾਬ ਸਟੇਟ ਐਜੂਕੇਸ਼ਨ ਡਿਪਾਰਟਮੈਂਟ ਦੁਆਰਾ ਕਿਹੜੀ ਪਾਲਿਸੀ ਜਿਹੜੀ ਹੈਗੀ ਆ ਬਣਾਈ ਗਈ ਹੈ, ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਕਿਉਂਕਿ ਇੱਕ ਰਹਿ ਗਿਆ ਜੀ ਆਪਣਾ ਟੌਪਿਕ ਮੇਨ। ਠੀਕ ਹੈ, ਉਸ ਤੋਂ ਬਾਅਦ ਲਾਸਟ ਤੇ ਆਪਾਂ ਸਟਾਰਟ ਕਰਾਂਗੇ ਇਹ ਅਗਲੀ ਕਲਾਸ ਤੱਕ ਜਿਹੜਾ ਹੈਗਾ ਜੀ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਟੌਪਿਕ ਜਿਹੜਾ ਹੈਗਾ ਸੈਕਿੰਡ ਕੰਪਲੀਟ ਹੋ ਜਾਊਗਾ ਤੇ ਇੱਕ ਜਾਂ ਡੇਢ ਕਲਾਸ ਦਾ ਜਿਹੜਾ ਹੈਗਾ ਹਿਸਟੋਰੀ ਆਫ ਫਿਲੋਸਫੀ ਜਿਹੜਾ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਟੌਪਿਕ ਕੰਪਲੀਟ ਹੋ ਜਾਵੇਗਾ। ਤਾਂ 2 ਤੋਂ 3 ਕਲਾਸਾਂ ਦਾ ਜਿਹੜਾ ਹੈਗਾ ਆਪਣਾ ਟੌਪਿਕ ਜਿਹੜਾ ਹੈਗਾ ਇਹ ਰਹਿ ਗਏ ਨੇ। ਤਾਂ ਵੱਧ ਤੋਂ ਵੱਧ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਸੈਸ਼ਨ ਕਿੱਦਾਂ ਦਾ ਲੱਗਿਆ ਹੈ ਨਾ। ਕੁਛ ਕੁ ਸਟੂਡੈਂਟਾਂ ਦੇ ਜਿਹੜੇ ਹੈਗੇ ਆ ਕਮੈਂਟ ਆਉਂਦੇ ਆ। ਠੀਕ ਹੈ, ਧੰਨਵਾਦ ਕਰਦੇ ਉਹਨਾਂ ਦਾ ਜਿਹੜੇ ਕਮੈਂਟ ਕਰਦੇ ਆ। ਤਾਂ ਜਿਹੜੇ ਸੈਸ਼ਨ ਨੂੰ ਜਿਹੜਾ ਵੀ ਦੇਖਣਗੇ ਤਾਂ ਪਲੀਜ਼ ਰਿਕੁਐਸਟ ਹੈ ਕਿ ਜ਼ਰੂਰ ਕੋਈ ਨਾ ਕੋਈ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਵੀ ਪਤਾ ਲੱਗਦਾ ਵੀ ਜਿਹੜੇ ਹੈਗੀਆਂ ਇੰਪਰੂਵਮੈਂਟ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਕਰਨੀ ਹੈ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਇੰਪਰੂਵਮੈਂਟ ਹਾਲੇ ਹੋਰ ਜ਼ਰੂਰੀ ਹੈ। ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਜ ਜਿਹੜਾ ਟੌਪਿਕ ਹੈ ਜੀ ਇਸ ਟੌਪਿਕ ਨੂੰ ਆਪਾਂ ਸਟਾਰਟ ਕਰਦੇ ਹਾਂ, ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਇੱਕ ਹੋਰ ਹੈ ਕਿ ਆਪਣੀਆਂ ਜਿਹੜੀਆਂ ਹੈਗੀਆਂ ਬਨੀਤ ਸਰ ਜਿਹੜੇ ਹੈਗੇ ਆ ਪੋਲਿਟੀ ਦੇ MCQ ਜਿਹੜੇ ਹੈਗੇ ਆ ਉਹ ਲੈ ਕੇ ਆਏ ਨੇ। ਤਾਂ ਜਿੰਨੇ ਵੀ ਪੋਲਿਟੀ ਦੇ ਮਤਲਬ ਕਿ ਸਾਰਿਆਂ ਨੂੰ ਸਬਜੈਕਟ ਆਵੇਗਾ, ਮੈਂ ਅਗਲੀ ਕਲਾਸ ਦੇ ਵਿੱਚ ਸਾਰਾ ਸਿਲੇਬਸ ਡਿਸਕਸ ਕਰਾਂਗਾ ਤੁਹਾਡੇ ਨਾਲ। ਤਾਂ ਉਹ ਸਿਲੇਬਸ ਦੇ ਵਿੱਚ ਕੀ ਹੈ, ਪੋਲਿਟੀ ਵੀ ਤੁਹਾਨੂੰ ਹੈਗੀ ਹੈ, ਹਿਸਟਰੀ ਵੀ ਤੁਹਾਨੂੰ ਹੈਗੀ ਹੈ, ਜੋਗਰਾਫੀ ਵੀ ਹੈਗੀ ਹੈ। ਤਾਂ ਬਨੀਤ ਸਰ ਕੀ ਕਰ ਰਹੇ ਹੈਗੇ, ਜਿਹੜੇ ਬਲਜੀਤ ਸਰ ਨੇ, ਵੈਸੇ ਅਸੀਂ ਬਨੀਤ ਸਰ ਕਹਿ ਦਿੰਦੇ ਹਾਂ ਉਹਨਾਂ ਨੂੰ। ਤਾਂ ਉਹ ਕੀ ਹੈ ਕਿ ਉਹ MCQ ਲੈ ਕੇ ਆ ਰਹੇ ਆ ਐਜ਼ ਇਟ ਇਜ਼ ਜਿਹੜੇ ਹੈਗੇ ਪ੍ਰੀਵੀਅਸ ਪੇਪਰਾਂ ਦੇ ਵਿੱਚ ਆਏ ਹੋਏ ਆ। 19ਵਾਂ ਰੈਂਕ ਹੈ ਜੀ ਉਹਨਾਂ ਦਾ। ਜੇਲ੍ਹ ਸੁਪਰਡੈਂਟ ਦੇ ਵਿੱਚ ਉਹਨਾਂ ਦਾ ਆਲ ਆਫ ਪੰਜਾਬ ਜਿਹੜਾ ਹੈਗਾ 19ਵਾਂ ਰੈਂਕ ਰਿਹਾ ਹੋਇਆ। ਤੇ ਉਹਨਾਂ ਦੇ ਕਲਾਸਾਂ ਨੂੰ ਜ਼ਰੂਰ ਦੇਖਿਆ ਕਰੋ ਕਿਉਂਕਿ ਹਰ ਇੱਕ ਕੁਐਸਚਨ ਜਿਹੜਾ ਹੈਗਾ ਵਧੀਆ ਐਕਸਪਲੇਨ ਕਰਦੇ ਨੇ ਉਹ। ਤਾਂ ਉਹਨਾਂ ਦੇ ਸੈਸ਼ਨ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਜ਼ਰੂਰ ਦੇਖਿਆ ਕਰੋ। ਵੱਧਦੇ ਆਪਣੇ ਸੈਸ਼ਨ ਦੇ ਵੱਲ। ਰਾਸ਼ਟਰੀ ਸਿੱਖਿਆ ਨੀਤੀ ਜਿਹੜੀ 2020 ਜਿਹੜਾ ਆਪਣਾ ਮੇਨ ਟੌਪਿਕ ਹੈ, ਤਾਂ ਉਹਦੇ ਵਿੱਚ ਜਿਹੜਾ ਟੌਪਿਕ ਹੈ ਪੰਜਾਬ ਸਟੇਟ ਅਰਲੀ ਚਾਈਲਡਹੁੱਡ ਕੇਅਰ ਪਾਲਿਸੀ ਬਾਰੇ। ਠੀਕ ਹੈ ਨਾ, ਪੰਜਾਬ ਸਰਕਾਰ ਦੀਆਂ ਕਿਹੜੀਆਂ ਕਿਹੜੀਆਂ ਪਾਲਿਸੀਆਂ ਹੋ ਸਕਦੀਆਂ ਨੇ ਇਹਨਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਕਿ ਪੰਜਾਬ ਸਟੇਟ ਨੇ ਦੇਖੋ ਆਪਾਂ ਪਹਿਲਾਂ ਪੜ੍ਹਿਆ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੁੰਦੀ ਕੀ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਕਿਹਨੇ ਸਟਾਰਟ ਕੀਤਾ ਸੀ, ਸੈਂਟਰ ਗੌਰਮੈਂਟ ਦਾ। ਫਿਰ ਆਪਾਂ ਸਰਕਾਰੀ ਤੇ ਗੈਰ ਸਰਕਾਰੀ ਜਿਹੜੀਆਂ ਹੈਗੀਆਂ ਸੰਸਥਾਵਾਂ ਵੀ ਪੜ੍ਹੀਆਂ। ਹੁਣ ਆਪਾਂ ਗੱਲ ਕਰ ਰਹੇ ਹਾਂ ਆਪਣੇ ਪੰਜਾਬ ਦੀ, ਆਪਾਂ ਗੱਲ ਕਰ ਰਹੇ ਹਾਂ, ਆਪਾਂ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਹਾਂ। ਪਹਿਲਾਂ ਬਹੁਤ ਗੇੜੇ ਮਾਰ ਲਏ ਆਪਾਂ ਇੰਡੀਆ ਦੇ ਵਿੱਚ ਤੇ ਹੁਣ ਆ ਕੇ ਪੰਜਾਬ ਦੇ ਵਿੱਚ ਆਪਾਂ ਗੇੜੇ ਮਾਰਨੇ ਆ। ਉਹਦੇ ਵਿੱਚ ਦੇਖਣਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਕਿੱਦਾਂ ਜਿਹੜਾ ਹੈਗਾ ਇਸ ਚੀਜ਼ ਨੂੰ ਇਸਟੈਬਲਿਸ਼ਮੈਂਟ ਕਰਕੇ ਆਈ ਹੈ, ਇਸ ਚੀਜ਼ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਨਵੀਆਂ ਜੋੜੀਆਂ ਨੇ, ਇਹ ਚੀਜ਼ਾਂ ਆਪਾਂ ਦੇਖਾਂਗੇ ਅੱਜ ਇਸ ਦੇ ਵਿੱਚ। ਤਾਂ ਇਹਦੇ ਵਿੱਚ ਕੀ ਸੀਗਾ, ਬੱਚੇ ਦੇ ਪਹਿਲੇ 6 ਸਾਲ ਜਿਹੜੇ ਹੁੰਦੇ ਨੇ ਬੱਚੇ ਦੀ ਫਾਰਮੇਟਿਵ ਸਟੇਜ ਨੂੰ ਪਾਲਣ ਪੋਸ਼ਣ ਕਿਹਾ ਜਾਂਦਾ। ਜਿਹੜੀ ਫਾਰਮੇਟਿਵ ਸਟੇਜ 'ਚ ਹੁੰਦੀ ਆ ਬੱਚੇ ਦੀ, ਜਿਹੜੇ ਪਹਿਲੇ 6 ਸਾਲ ਹੁੰਦੇ ਨੇ, ਉਹ ਵੀ ਮੈਂ ਤੁਹਾਨੂੰ ਦੱਸਦਾ ਫਾਰਮੇਟਿਵ ਸਟੇਜ ਕਿਹੜੀ ਹੁੰਦੀ ਆ। ਫਾਰਮੇਟਿਵ ਸਟੇਜ ਦੇ ਵਿੱਚ ਹੁੰਦੀ ਆ ਕਿ ਬੱਚੇ ਦਾ ਮੈਂਟਲ ਹੈਲਥ, ਮਾਨਸਿਕ ਸਿਹਤ ਦੇਖੀ ਜਾਂਦੀ ਹੈ। ਸੋਚਣ ਅਤੇ ਸੁਭਾਅ ਬੱਚੇ ਦਾ ਕਿੱਦਾਂ, ਬਿਹੇਵੀਅਰ ਬੱਚਾ ਕਿੱਦਾਂ ਦਾ ਕਰਦਾ ਹੈਗਾ, ਬੱਚੇ ਦਾ ਵਿਕਾਸ ਕਿੱਦਾਂ ਹੋਵੇਗਾ, ਬੱਚੇ ਦਾ ਵਾਧਾ ਕਿਸ ਤਰ੍ਹਾਂ ਹੋ ਰਿਹਾ ਜਾਂ ਕਿਸ ਤਰ੍ਹਾਂ ਹੋਵੇਗਾ, ਇਹ ਸਾਰੀਆਂ ਚੀਜ਼ਾਂ ਫਾਰਮੇਟਿਵ ਸਟੇਜ ਦੇ ਵਿੱਚ ਦੇਖੀਆਂ ਜਾਂਦੀਆਂ ਨੇ। ਤਾਂ ਇਹ ਜਿਹੜੀ ਨਵੀਂ ਪਾਲਿਸੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਟੇਟ ਦੁਆਰਾ ਇਹ ਚੀਜ਼ਾਂ ਤੇ ਧਿਆਨ ਦੇਵੇਗੀ। ਦੂਸਰਾ ਕੀ ਕਿਹਾ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਤਾਂ ਹੀ ਸੰਭਵ ਨੇ ਜੇਕਰ ਆਪਾਂ ਬੱਚੇ ਨੂੰ ਚੰਗਾ ਵਾਤਾਵਰਨ ਪ੍ਰਦਾਨ ਕਰਾਂਗੇ। ਬਹੁਤ ਵਧੀਆ ਗੱਲ ਹੈ ਕਿ
ਇਹ ਸਾਰੀਆਂ ਚੀਜ਼ਾਂ ਦੇਖੋ, ਮਾਨਸਿਕ ਸਿਹਤ, ਸੋਚਣ ਅਤੇ ਸੁਭਾਅ ਵਿਕਾਸ ਜਾਂ ਵਾਧਾ, ਇਹ ਫਿਰ ਹੀ ਚੀਜ਼ਾਂ ਇੰਪਲੀਮੈਂਟ ਹੋਣਗੀਆਂ ਜੇਕਰ ਬੱਚੇ ਨੂੰ ਆਪਾਂ ਚੰਗਾ ਜਿਹੜਾ ਹੈਗਾ ਚੰਗਾ ਵਧੀਆ ਤੋਂ ਵਧੀਆ ਵਾਤਾਵਰਨ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਇਹ ਚੀਜ਼ਾਂ ਤਾਂ ਹੀ ਸੰਭਵ ਨੇ, ਬਿਨਾਂ ਇਸ ਚੀਜ਼ਾਂ ਤੋਂ ਜਿਹੜਾ ਹੈਗਾ ਜੇਕਰ ਆਪਾਂ ਚੰਗਾ ਵਾਤਾਵਰਨ ਇਹ ਚੀਜ਼ਾਂ ਨਾ ਦਿੱਤੀਆਂ ਤਾਂ ਬੱਚੇ ਨੂੰ ਇਹ ਸਾਰੀਆਂ ਚੀਜ਼ਾਂ ਦਾ ਕੋਈ ਬੈਨੀਫਿਟ ਨਹੀਂ ਹੋਣਾ। ਤਾਂ ਇਹ ਸਾਰੀਆਂ ਚੀਜ਼ਾਂ ਵਾਤਾਵਰਨ ਤੇ ਵੀ ਨਿਰਭਰ ਕਰਦੀਆਂ ਨੇ, ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੰਭਵ ਹੋ ਸਕਦੀਆਂ ਨੇ। 2019 ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀਗੀ, ਤਾਂ ਇਸ ਰਿਪੋਰਟ ਦੇ ਵਿੱਚ ਅਨੁਸਾਰ ਜਿਹੜੇ ਹੈਗੇ ਪੰਜਾਬ ਦੇ ਵਿੱਚ 6 ਤੋਂ ਲੈ ਕੇ 0 ਤੋਂ ਲੈ ਕੇ 6 ਸਾਲ ਦੇ ਬੱਚੇ ਸੀ, ਉਹ ਪੰਜਾਬ ਅੰਦਰ ਕਿੰਨੇ ਨੇ? ਉਹ ਪੰਜਾਬ ਅੰਦਰ ਨੇ ਜੀ 21,26,598 ਬੱਚੇ ਨੇ ਜੀ, ਜਿਹੜੇ 0 ਤੋਂ ਲੈ ਕੇ 6 ਸਾਲ ਦੇ ਬੱਚੇ ਹੈਗੇ ਨੇ ਜਿਹੜੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਆਉਣਗੇ। ਤਾਂ ਉਹ ਕਿੰਨੇ ਨੇ? ਟੋਟਲ 21,26,598 ਬੱਚੇ ਹਨ। ਇਹਨਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਤਾਂ ਉਹਨਾਂ ਨੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਹ ਬੱਚੇ ਨੇ ਇਹਨਾਂ ਦਾ ਸਰਬਪੱਖੀ ਵਿਕਾਸ ਕਰਨਾ ਕਿਹਦੀ ਜ਼ਿੰਮੇਵਾਰੀ ਹੈ? ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਇਸ ਨੂੰ ਕਿਹਾ ਕਿ ਇਸ ਨੀਤੀ ਦੇ ਅਨੁਸਾਰ ਜਿੰਨੀਆਂ ਵੀ ਡਿਵੈਲਪਮੈਂਟਾਂ ਲੈ ਕੇ ਆਉਗੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਰਿਗਾਰਡਿੰਗ ਹੋਣਗੀਆਂ ਤੇ ਉਹਨਾਂ ਦਾ ਬੱਚਿਆਂ ਦਾ ਵਿਕਾਸ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। 2019 ਦੀ ਰਿਪੋਰਟ ਪੇਸ਼ ਕੀਤੀ ਸੀਗੀ ਪੰਜਾਬ ਸਰਕਾਰ ਦੁਆਰਾ। ਅਗਲਾ ਕੀ ਹੈ ਕਿ ਭਾਰਤੀ ਸੰਵਿਧਾਨ ਜਿਹੜਾ ਹੈਗਾ ਅਨੁਛੇਦ, ਇਹਨੂੰ ਆਰਟੀਕਲ ਵੀ ਕਹਿੰਦੇ ਆ ਜੀ। ਭਾਰਤੀ ਇਹ ਜਿਹੜਾ ਹੈਗਾ, ਪਹਿਲਾਂ ਮੈਂ ਤੁਹਾਨੂੰ ਦੱਸਦਾ, ਪਾਰਟ ਜਿਹੜਾ ਹੈਗਾ 4 ਦੇ ਵਿੱਚ ਹੈ ਡਾਇਰੈਕਟਰ ਪ੍ਰਿੰਸੀਪਲ ਸਟੇਟ ਪਾਲਿਸੀ। ਉਹਦੇ ਵਿੱਚ ਇੱਕ ਆਰਟੀਕਲ ਹੈ ਕਿ ਆਰਟੀਕਲ 45ਵਾਂ ਆਰਟੀਕਲ ਕੀ ਕਹਿੰਦਾ ਹੈ? ਕਹਿੰਦਾ ਵੀ ਭਾਰਤੀ ਸੰਵਿਧਾਨ ਅਨੁਛੇਦ 45 ਦੇ ਆਧਾਰ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ 6 ਸਾਲ ਦੇ ਬੱਚੇ ਨੂੰ ਸਿੱਖਿਆ ਫ੍ਰੀ ਪ੍ਰੋਵਾਈਡ ਕੀਤੀ ਜਾਵੇ। ਦੇਖੋ ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦੇ ਆ ਇਹ ਵਾਲਾ, ਇੱਕ ਤਾਂ ਇਹ ਵਾਲਾ ਤੇ ਇੱਕ ਇਹ ਬਹੁਤ ਹੀ ਮੇਨ ਕੁਐਸਚਨ ਨੇ। ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਨੋਟ ਕਰਦੇ ਰਹੋ। ਵੈਸੇ ਅੱਜ ਦਾ ਸੈਸ਼ਨ ਜਿਹੜਾ ਹੈਗਾ ਸਾਰੀ ਇੰਪੋਰਟੈਂਟ ਹੈ, ਬਹੁਤ ਪੇਪਰ ਦੇ ਵਿੱਚ ਕੁਐਸਚਨ ਰਿਪੀਟ ਹੋਣ ਤੇ ਉਮੀਦ ਹੈ ਕਿ ਇਸ ਟੌਪਿਕ ਦੇ ਵਿੱਚੋਂ ਪੇਪਰ ਦੇ ਵਿੱਚੋਂ ਕੁਐਸਚਨ ਬਹੁਤ ਆਉਣਗੇ, ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚੋਂ ਹੀ ਜਿਹੜਾ ਹੈਗਾ ਪੇਪਰ ਆਵੇਗਾ। ਤਾਂ ਉਹ ਕਹਿੰਦੇ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਕਿ ਆਰਟੀਕਲ ਜਾਂ ਅਨੁਛੇਦ 45 ਦੇ ਅਨੁਸਾਰ ਕੀ ਹੈ? 6 ਸਾਲ ਦੇ ਬੱਚੇ ਨੂੰ ਸਿੱਖਿਆ ਦਾ ਪ੍ਰੋਵਾਈਡ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੈ। ਤੁਹਾਨੂੰ ਇਹ ਵੀ ਦੱਸਦਾ ਕਿ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਰਟੀਕਲ 45 ਦੇ ਅਧੀਨ ਕੀ ਹੈ ਕਿ ਬੱਚੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਵੇ। ਆਪਾਂ ਜਿਸ ਦਿਨ ਆਪਾਂ ਟੌਪਿਕ ਕੀਤਾ ਨਾ CDP, ਜਦੋਂ ਆਪਾਂ ਸਟਾਰਟ ਕੀਤਾ ਉਹਦੇ ਵਿੱਚ ਵੀ ਇਹ ਚੀਜ਼ਾਂ ਆਉਣਗੀਆਂ ਕਿ ਆਰਟੀਕਲ 21 ਇਹ ਕੀ ਕਹਿੰਦਾ ਹੈਗਾ, ਠੀਕ ਹੈ, ਕਿਹੜੇ ਕਿਹੜੇ ਬੱਚਿਆਂ ਨੂੰ ਜਿਹੜਾ ਫੰਡਾਮੈਂਟਲ ਡਿਊਟੀ ਸੀਗੀਆਂ, ਫੰਡਾਮੈਂਟਲ ਡਿਊਟੀ 11ਵੀਂ ਜਿਹੜੀ ਫੰਡਾਮੈਂਟਲ ਡਿਊਟੀ ਜੋੜੀ ਗਈ ਆ ਉਹਦੇ ਵਿੱਚ ਵੀ ਬੱਚਿਆਂ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਗਿਆ ਹੈਗਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਉਸ ਸਮੇਂ ਕਰਾਂਗੇ। ਤਾਂ ਇਹ ਜੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪੋਲਿਟੀ ਦੇ ਵਿੱਚ ਵੀ ਬਲਜੀਤ ਸਰ ਨੇ ਜਿਹੜੀਆਂ ਹੈਗੀਆਂ ਰਿਪੀਟ ਕੀਤੀਆਂ ਹੋਈਆਂ ਨੇ, ਤਾਂ ਉਹਨਾਂ ਦਾ ਚੀਜ਼ਾਂ ਇਹ ਜਿਹੜਾ ਸੈਸ਼ਨ ਜ਼ਰੂਰ ਦੇਖਿਓ, ਕਿਉਂਕਿ ਆਰਟੀਕਲ ਦੇ ਬੱਚਿਆਂ ਦੇ ਅਧੀਨ ਜਿਹੜੇ ਹੈਗੇ ਕਾਫੀ ਆਰਟੀਕਲ ਜਿਹੜੇ ਹੈਗੇ ਸੰਵਿਧਾਨ ਦੇ ਵਿੱਚ ਬਣਾਏ ਗਏ ਸੀ, ਉਹ ਚੀਜ਼ਾਂ ਆਪਣੇ ਵਾਸਤੇ ਜ਼ਰੂਰੀ ਨੇ। ਇਸ ਆਧਾਰ ਅਗਲਾ ਪੁਆਇੰਟ ਕੀ ਹੈ ਕਿ ਇਸ ਦੇ ਆਧਾਰ ਤੇ ਭਾਰਤ ਵਿੱਚ ਸਿੱਖਿਆ ਦਾ ਆਧਾਰ 2009 ਦੇ ਵਿੱਚ ਆਇਆ ਤੇ 2010 ਦੇ ਵਿੱਚ ਲਾਗੂ ਹੋ ਗਿਆ। ਕਹਿਣ ਦਾ ਮਤਲਬ ਕੀ ਹੈ, ਮੈਂ ਤੁਹਾਨੂੰ ਇਸ ਚੀਜ਼ ਨੂੰ ਐਕਸਪਲੇਨ ਕਰਦਾ ਹਾਂ ਕਿ ਇੱਕ ਭਾਰਤ ਸਰਕਾਰ ਦੁਆਰਾ ਇੱਕ ਰਾਈਟ ਲਿਆਤਾ ਗਿਆ, ਠੀਕ ਹੈ ਜੀ, ਰਾਈਟ ਲਿਆਤਾ ਗਿਆ ਜਿਹਨੂੰ ਕਹਿੰਦੇ ਸੀ ਰਾਈਟ ਟੂ ਐਜੂਕੇਸ਼ਨ। ਸਾਰਿਆਂ ਨੂੰ ਸਿੱਖਿਆ ਦਾ ਅਧਿਕਾਰ, ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ ਜਿਹਨੂੰ ਕਹਿੰਦੇ ਆ ਸਿੱਖਿਆ ਦਾ ਅਧਿਕਾਰ। ਇਹ 2009 ਦੇ ਵਿੱਚ ਆਇਆ ਸੀ ਤੇ 2010 ਦੇ ਵਿੱਚ ਲਾਗੂ ਹੋ ਗਿਆ। 2000 ਦੇ ਵਿੱਚ ਆਇਆ ਸੀ ਜਿਹਨੂੰ ਕਹਿੰਦੇ ਆ RTE। ਜੇ ਤੁਹਾਨੂੰ ਇਹਦੀ ਫੁੱਲ ਫਾਰਮ ਪੁੱਛ ਲੇ, ਰਾਈਟ ਟੂ ਐਜੂਕੇਸ਼ਨ 2009 ਦੇ ਵਿੱਚ ਆਇਆ ਸੀ। ਮੈਂ ਪੂਰੀ ਡੇਟ ਫੇਰ ਦੱਸ ਦਿੰਦਾ ਕਿ 1/4/2010 ਦੇ ਵਿੱਚ ਇਹਨੂੰ ਲਾਗੂ ਕਰ ਦਿੱਤਾ ਸੀ ਪੂਰੇ ਭਾਰਤ ਦੇ ਵਿੱਚ। ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਆਪਣਾ ਬਹੁਤ ਮੇਨ ਜਿਹੜਾ ਹੈਗਾ ਟੌਪਿਕ ਹੈ, ਸਿੱਖਿਆ ਦਾ ਅਧਿਕਾਰ। 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਸੀਗਾ, 2009 ਦੇ ਵਿੱਚ ਆਇਆ ਸੀਗਾ। 1/4/2010 ਨੂੰ ਇਹ ਪੂਰੇ ਭਾਰਤ ਦੇ ਵਿੱਚ ਕੀ ਹੋ ਗਿਆ ਸੀਗਾ, ਲਾਗੂ ਹੋ ਗਿਆ ਸੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇੱਥੋਂ ਬਣ ਸਕਦਾ ਗਾ।
ਅੱਗੇ ਕੀ ਹੈ ਕਿ ਬੱਚਿਆਂ ਦੇ ਲਈ ਰਾਸ਼ਟਰੀ ਨੀਤੀ 1974 ਈਸਵੀ ਵਿੱਚ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਉਸ ਦੇ ਰਿਗਾਰਡਿੰਗ ਕਿਹੜੀਆਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ, ਉਹ ਚੀਜ਼ਾਂ ਦੇਖਦੇ ਆਂਗੇ। ਤਾਂ ਉਹ ਜਦੋਂ ਭਾਰਤੀ ਰਾਸ਼ਟਰੀ ਨੀਤੀ 1974 ਵਿੱਚ ਪਹਿਲੀ ਵਾਰ ਸ਼ੁਰੂ ਹੋਈ ਤਾਂ ਉਹਦੇ ਵਿੱਚ ਇੱਕ ਡਿਵੈਲਪਮੈਂਟ ਕੀਤੀ ਗਈ ਜਿਹਨੂੰ ਕੀ ਕਿਹਾ ਜਾਂਦਾ ਸੀਗਾ, ICDS ਇੰਟੀਗ੍ਰੇਟਡ ਚਾਈਲਡ, ਇੱਥੇ ਚਾਈਲਡ ਹੈ ਜੀ, ਵੀ ਮਿਸਟੇਕ ਨਾਲ ਹੋ ਗਿਆ, ਚਾਈਲਡ ਡਿਵੈਲਪਮੈਂਟ ਸਰਵਿਸ 1975। ਇਹ ਸਰਵਿਸ ਜਿਹੜੀ ਹੈਗੀ ਆ 1975 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਇਹਦਾ ਕੰਮ ਕੀ ਸੀਗਾ ਕਿ ਪੰਜਾਬ ਭਾਰਤ ਦੇ ਵਿੱਚ ਦੇ ਸਾਰੇ 0 ਤੋਂ ਲੈ ਕੇ 6 ਸਾਲ ਦੇ ਬੱਚੇ ਇਸ ਸੰਸਥਾ ਵਿੱਚ ਪੜ੍ਹਾਏ ਜਾਣਗੇ। ਉਹਨਾਂ ਦਾ ਮੇਨ ਮੋਟਿਵ ਸੀਗਾ ਕਿ ਜਿਹੜੇ ਛੋਟੇ ਬੱਚੇ ਨੇ 0 ਤੋਂ ਲੈ ਕੇ 6 ਸਾਲ ਦੇ ਬੱਚੇ ਨੇ ਉਹਨਾਂ ਦੇ ਲਈ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਊਗੀ ਉਹ ਕਿਹਦੇ ਦੁਆਰਾ ਕੀਤੀ ਜਾਊਗੀ, ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸ 1975 ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਸੀ ਉਹਦੇ ਦੁਆਰਾ ਕੀਤੀ ਗਈ ਸੀ। ਉਹ ਇਸੇ ਵਿੱਚ ਹੀ ਇੱਕ ਸਟਾਰਟ ਕੀਤਾ ਸੀਗਾ ਭਾਰਤ ਵਿੱਚ 11ਵੀਂ ਪੰਚ ਵਰਸ਼ੀ ਯੋਜਨਾ, ਠੀਕ ਹੈ, ਇਹ ਵੀ ICDCS ਦੇ ਵਿੱਚ ਦੁਆਰਾ ਹੀ ਸ਼ੁਰੂ ਕੀਤੀ ਗਈ ਸੀਗੀ। ਇਹਦਾ ਮੇਨ ਮੋਟਿਵ ਸੀਗਾ ਕਿ ICDCS ਨੂੰ ਪੂਰੇ ਭਾਰਤ ਵਿੱਚ ਫੈਲਾ ਦਿੱਤਾ ਜਾਵੇ ਤਾਂ ਜੋ ਕੀ ਹੈ ICDS ਦੌਰਾਨ ਪੂਰੇ ਭਾਰਤ ਵਿੱਚ 14 ਲੱਖ ਜਿਹੜੇ ਹੈਗੇ ਆ ਸੈਂਟਰ ਸਥਾਪਿਤ ਕੀਤੇ ਜਾਣ। ਜਾਂ ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸ 1975 ਦੇ ਅਧੀਨ ਭਾਰਤ ਵਿੱਚ ਹੁਣ ਕੁੱਲ ਕਿੰਨੇ ਸੈਂਟਰ ਹਨ, ਤਾਂ ਕੁੱਲ ਕਿੰਨੇ ਆ ਜੀ, 14 ਲੱਖ ਸੈਂਟਰ ਸਥਾਪਿਤ ਕੀਤੇ ਗਏ ਨੇ ਹੁਣ ਤੱਕ। ਕਿੰਨੇ ਆ, 14 ਲੱਖ, 1 2 3 4 ਤੇ 5, 14 ਲੱਖ ਜਿਹੜੇ ਹੈਗੇ ਆ ਜੀ ਸੈਂਟਰ ਹੁਣ ਤੱਕ ਐਸਟੈਬਲਿਸ਼ ਕੀਤੇ ਗਏ ਆ ICDS ਦੇ ਅਧੀਨ। ਪੂਰੇ ਇੰਡੀਆ ਦੇ ਵਿੱਚ 14 ਲੱਖ ਸੈਂਟਰ ਬਣਾਏ ਗਏ ਨੇ ਜੀ। ਅੱਗੇ ਕੀ ਹੈ ਕਿ ਰਾਸ਼ਟਰੀ ਨੀਤੀ 1986 ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਅਰਲੀ ਚਾਈਲਡਹੁੱਡ ਕੇਅਰ ਦੇ ਵਿੱਚ ਕੀ ਸੀਗਾ ਕਿ ਰਾਸ਼ਟਰੀ ਸਿੱਖਿਆ ਨੀਤੀ 1986 ਦੇ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਕਿਉਂਕਿ ਬੱਚਿਆਂ ਦਾ ਪੂਰਾ, ਇਸ ਨੇ ਕੀ ਕਿਹਾ ਸੀਗਾ ਕਿ ਭਾਰਤ ਵਿੱਚ ਰਹਿੰਦੇ ਜਿੰਨੇ ਵੀ ਬੱਚੇ ਆ ਉਹਨਾਂ ਦਾ ਪੂਰਾ ਵਿਕਾਸ ਹੋ ਸਕੇ। ਭਾਰਤ ਵਿੱਚ ਪਾਠਕ੍ਰਮ ਨੂੰ ਤਿਆਰ ਕਰਨਾ ਕਿਹਦੀ ਜ਼ਿੰਮੇਵਾਰੀ ਲਾਈ ਸੀ ਉਹਨਾਂ ਨੇ, ਤਾਂ ਭਾਰਤ ਵਿੱਚ ਪਾਠਕ੍ਰਮ ਮਤਲਬ ਕਿ ਪੂਰੇ ਸਿਲੇਬਸ ਨੂੰ ਤਿਆਰ ਕਰਨਾ, ਬੱਚਿਆਂ ਦੀਆਂ ਜਿੰਨੀਆਂ ਵੀ ਕਲਾਸਾਂ ਨੇ ਉਹਨਾਂ ਦੇ ਸਿਲੇਬਸ ਨੂੰ ਤਿਆਰ ਕਰਨਾ, ਪਾਠਕ੍ਰਮ ਨੂੰ ਤਿਆਰ ਕਰਨਾ ਕਿਹਦੀ ਜ਼ਿੰਮੇਵਾਰੀ ਸੀ, ਨੈਸ਼ਨਲ ਕਰਿਕੂਲਮ ਫਰੇਮਵਰਕ 2005 ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ ਤੇ ਇਹਦੀ ਜ਼ਿੰਮੇਵਾਰੀ ਬਣਾਈ ਗਈ ਸੀ ਕਿ ਇਹ ਜਿਹੜਾ ਹੈਗਾ ਕਿ ਜਿੰਨੀਆਂ ਵੀ 0 ਤੋਂ ਲੈ ਕੇ 6 ਸਾਲ ਦੀਆਂ ਕਲਾਸਾਂ ਨੇ ਉਹਨਾਂ ਦਾ ਸਿਲੇਬਸ ਤਿਆਰ ਕੀਤਾ ਜਾਵੇ। ਆ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ ਭਾਈ, ਇਹ ਫੁੱਲ ਫਾਰਮ ਬਹੁਤ ਵਾਰ ਪੁੱਛੀਆਂ ਜਾਣਗੀਆਂ ਪੇਪਰ ਦੇ ਵਿੱਚ। ਸਭ ਤੋਂ ਵੱਧ ਫੁੱਲ ਫਾਰਮਾਂ ਪੁੱਛੀਆਂ ਜਾਣਗੀਆਂ। NCF ਦੀ ਫੁੱਲ ਫਾਰਮ ਕੀ ਹੈ, ICDCS ਦੀ ਫੁੱਲ ਫਾਰਮ ਕੀ ਹੈ, RTE ਦੀ ਫੁੱਲ ਫਾਰਮ ਕੀ ਹੈ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਜ਼ਰੂਰ ਯਾਦ ਰੱਖਿਓ। ਅੱਗੇ ਕੀ ਹੈ ਕਿ ਕੁਝ ਇੰਟਰਨੈਸ਼ਨਲ ਐਗਰੀਮੈਂਟ ਹੋਏ ਸੀਗੇ ਸਿੱਖਿਆ ਦੇ ਮਾਮਲੇ ਨੂੰ ਲੈ ਕੇ ਕਿ ਪੂਰੇ ਵਿਸ਼ਵ ਦੇ ਵਿੱਚ ਇਹ ਹੁਣੇ ਵੀ ਹੈਗਾ, ਉਹ ਐਗਰੀਮੈਂਟ ਹਾਲੇ ਵੀ ਚੱਲੇ ਨੇ। ਉਸ ਐਗਰੀਮੈਂਟਾਂ 'ਤੇ ਸਰਕਾਰ ਹਾਲੇ ਵੀ ਜਿਹੜੀ ਹੈਗੀ ਹੈ ਕੰਮ ਕਰਦੀ ਹੈ। ਪੂਰੇ ਵਿਸ਼ਵ ਦੇ ਵਿੱਚ ਸਹਿਮਤੀ ਹੋਈ ਸੀਗੀ ਕਿ ਇੰਟਰਨੈਸ਼ਨਲ ਐਗਰੀਮੈਂਟ ਹੋਏ ਸੀ ਕਿਹੜੇ ਰਾਈਟ ਟੂ ਚਾਈਲਡ ਐਜੂਕੇਸ਼ਨ ਐਕਟ 1989 ਦੇ ਵਿੱਚ ਆਇਆ ਸੀਗਾ ਤੇ ਐਜੂਕੇਸ਼ਨ ਫੋਰ ਆਲ ਐਕਟ, ਠੀਕ ਹੈ, ਸਾਰਿਆਂ ਨੂੰ ਸਿੱਖਿਆ ਦਾ ਅਧਿਕਾਰ। ਮੈਂ ਪੰਜਾਬੀ ਦੇ ਦੱਸ ਦਿੰਦਾ, ਸਭ ਲਈ ਸਿੱਖਿਆ ਦਾ ਅਧਿਕਾਰ। ਪਹਿਲਾ ਕੀ ਹੈ, ਇਹਨੂੰ ਕੀ ਕਹਿੰਦੇ ਆ, ਰਾਈਟ ਟੂ ਚਾਈਲਡ ਐਜੂਕੇਸ਼ਨ, ਬੱਚਿਆਂ ਲਈ ਸਿੱਖਿਆ ਦਾ ਅਧਿਕਾਰ। ਨੋਟ ਕਰ ਲਿਓ ਪੰਜਾਬੀ ਦੇ ਵਿੱਚ, ਬੱਚਿਆਂ ਦੇ ਲਈ ਸਿੱਖਿਆ ਦਾ ਅਧਿਕਾਰ 1999 ਦੇ ਵਿੱਚ ਐਕਟ ਆਇਆ ਸੀ ਤੇ ਉਦੋਂ ਬਾਅਦ ਆਇਆ ਸੀ ਕਿ ਐਜੂਕੇਸ਼ਨ ਫੋਰ ਆਲ ਐਕਟ ਤਾਂ ਸਭ ਲਈ ਸਿੱਖਿਆ ਦਾ ਅਧਿਕਾਰ 1990 ਦੇ ਵਿੱਚ ਆਇਆ ਸੀ। ਇਹਨਾਂ ਨੂੰ ਭਾਰਤ ਨੇ ਸਾਈਨ ਕੀਤਾ ਹੋਇਆ ਹੈ, ਠੀਕ ਹੈ ਨਾ। ਤਾਂ ਇਹਨਾਂ ਦੋਨਾਂ ਐਗਰੀਮੈਂਟਾਂ ਨੂੰ ਭਾਰਤ ਨੇ ਕੀ ਕੀਤਾ ਹੋਇਆ, ਸਾਈਨ ਕੀਤਾ ਹੋਇਆ, ਸਹਿਮਤੀ ਜਤਾਈ ਹੋਈ ਹੈ ਕਿ ਅਸੀਂ ਆਪਣੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇਸ ਐਕਟਾਂ ਦੇ ਅਧੀਨ ਤੇ ਜਿਹੜੀ ਹੈਗੀ ਆ ਸਿੱਖਿਆ ਜਾਂ ਐਜੂਕੇਸ਼ਨ ਜਾਂ ਸਿੱਖਿਆ ਪ੍ਰੋਵਾਈਡ ਕਰਾਂਗੇ। ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਬੱਚੇ ਹੈਗੇ ਨੇ ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਪ੍ਰੋਵਾਈਡ ਕੀਤਾ ਜਾਊਗਾ, ਸਾਡੇ ਵੱਲੋਂ ਦਿੱਤਾ ਜਾਊਗਾ। ਇਹ ਜਿਹੜੇ ਦੋ ਐਕਟ ਵੈਰੀ ਇੰਪੋਰਟੈਂਟ ਨੇ, ਤਾਂ ਜ਼ਰੂਰ ਯਾਦ ਰੱਖਿਓ। ਇਹ ਦੋ ਹੀ ਨੇ, ਜ਼ਿਆਦਾ ਨਹੀਂ ਹੈਗੇ, ਤੁਸੀਂ ਯਾਦ ਰੱਖਣਾ ਜ਼ਰੂਰੀ ਹੈ। ਇੰਟਰਨੈਸ਼ਨਲ ਐਗਰੀਮੈਂਟ ਹੋਏ ਸੀ 2, ਠੀਕ ਹੈ, ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਤੇ ਭਾਰਤ ਨੇ ਇਹ ਕੀ ਕੀਤੇ ਹੋਏ ਆ, ਸਾਈਨ ਕੀਤੇ ਹੋਏ ਆ ਜੀ, ਸਹਿਮਤੀ ਜਤਾਈ ਹੋਈ ਹੈ ਇਹਨਾਂ ਤੇ।
ਉਸ ਤੋਂ ਬਾਅਦ ਕੀ ਸੀਗਾ ਕਿ ਰਾਜੀਵ ਗਾਂਧੀ ਰਾਸ਼ਟਰੀ ਕ੍ਰੈਚ ਸਕੀਮ ਲਿਆਤੀ ਗਈ ਸੀਗੀ। ਇਹ ਸਕੀਮ ਕੀ ਸੀਗਾ ਕਿ ਜੋ ਕੰਮਕਾਰਜ ਕਰਨ ਵਾਲੀਆਂ ਔਰਤਾਂ ਨੇ ਉਹਨਾਂ ਨੂੰ ਸੰਭਾਲਣ ਲਈ ਇਹ ਸਕੀਮ ਜਾਰੀ ਕੀਤੀ ਗਈ ਸੀ, ਤੇ ਇਸ ਸਕੀਮ ਦੇ ਤਹਿਤ ਪੂਰੇ ਭਾਰਤ ਵਿੱਚ 23,785 ਕ੍ਰੈਚ ਸੈਂਟਰ ਚਲਾਏ ਗਏ ਸੀ, ਜਿਸ ਵਿੱਚੋਂ ਵੈਰੀ ਇੰਪੋਰਟੈਂਟ ਹੈ ਕਿ ਜਿਸ ਵਿੱਚੋਂ ਪੰਜਾਬ ਦੇ ਵਿੱਚ ਕਿੰਨੇ ਨੇ 217 ਕ੍ਰੈਚ ਸੈਂਟਰ ਖੋਲ੍ਹੇ ਹੋਏ ਨੇ। ਕ੍ਰੈਚ ਸੈਂਟਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੋਇਆ, ਉਹ ਔਰਤਾਂ ਵੂਮੈਨ ਜਿਹੜੀਆਂ ਵਰਕਿੰਗ ਹੁੰਦੀਆਂ ਨੇ, ਜਿਹੜੇ ਕੰਮਕਾਰ ਕਰਦੀਆਂ ਨੇ, ਉਹਨਾਂ ਔਰਤਾਂ ਦੇ ਲਈ ਉਹ ਜਿਹੜੀਆਂ ਹੈਗੀਆਂ ਕੰਮਕਾਰ ਕਰਦੀਆਂ ਨੇ, ਉਹਨਾਂ ਦੇ ਬੱਚਿਆਂ ਨੂੰ ਸੰਭਾਲਣ ਦੇ ਲਈ ਕੀ ਕੀਤਾ ਜਾਂਦਾ ਹੈਗਾ ਕਿ ਕ੍ਰੈਚ ਸਿਸਟਮ ਨੂੰ, ਕ੍ਰੈਚ ਸਕੀਮ ਦੇ ਅਧੀਨ ਕ੍ਰੈਚ ਸਿਸਟਮ ਚਲਾਇਆ ਜਾਂਦਾ ਹੈ। ਕਹਿਣ ਦਾ ਮਤਲਬ ਕੀ ਹੈ, ਜਿੱਥੇ ਉਹ ਕੰਮ ਕਰਦੀਆਂ ਨੇ ਉੱਥੇ ਕੀ ਹੈ, ਉਸ ਕੋਈ ਸੰਸਥਾ ਦੇ ਵੱਲੋਂ ਕੀ ਕੀਤਾ ਜਾਂਦਾ ਹੈਗਾ, ਸਕੂਲ ਚਲਾਇਆ ਜਾਂਦਾ ਹੈਗਾ, ਕੁਝ ਸੈਂਟਰ ਚਲਾਏ ਜਾਂਦੇ ਨੇ, ਜਿਸ ਵਿੱਚ ਕੀ ਕੀਤਾ ਜਾਂਦਾ, ਉਹਨਾਂ ਵਰਕਿੰਗ ਵੂਮੈਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇ। ਤਾਂ ਇਹਨਾਂ ਦੇ ਅਧੀਨ ਕੁਝ ਐਕਟ ਜਾਰੀ ਕੀਤੇ ਗਏ ਸੀਗੇ ਜਿਹੜੇ ਬਹੁਤ ਇੰਪੋਰਟੈਂਟ ਨੇ ਆਪਣੇ ਵਾਸਤੇ, ਕਿ ਇਹ ਕਿਹੜੇ ਐਕਟ ਨੇ। ਦਾ ਮਾਈਨਸ ਐਕਟ ਜਿਹੜਾ 1952 ਦੇ ਵਿੱਚ ਆਇਆ ਸੀਗਾ। ਇਹ ਐਕਟ ਕੀ ਕਹਿੰਦਾ ਸੀਗਾ ਕਿ ਇਸ ਐਕਟ ਦੇ ਵਿੱਚ ਕੀ ਸੀਗਾ, ਜਿਹੜੇ ਲੋਕ ਕੋਲੇ ਦੀਆਂ ਖਾਨਾਂ ਦੇ ਵਿੱਚ ਕੰਮ ਕਰਦੇ ਨੇ, ਜਿਹੜਾ ਮਾਈਨਸ ਐਕਟ ਜਿਹੜਾ ਆਇਆਗਾ, ਇਹ ਉਹ ਐਕਟ ਹੈ ਜਿਹੜੇ ਲੋਕ ਕੋਲੇ ਦੀਆਂ ਖਾਨਾਂ, ਸਭ ਤੋਂ ਖਤਰਨਾਕ ਜਗ੍ਹਾ ਹੁੰਦੀ ਹੈ ਕੋਲੇ ਦੀ ਖਾਨ, ਤਾਂ ਉਹਨਾਂ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੀ ਕੀਤਾ ਗਿਆ ਸੀਗਾ, ਕ੍ਰੈਚ ਸਿਸਟਮ ਨੂੰ ਖੋਲ੍ਹਿਆ ਗਿਆ ਸੀ ਜਾਂ ਕ੍ਰੈਚ ਸੈਂਟਰ ਖੋਲ੍ਹੇ ਗਏ ਸੀਗੇ। ਇਹ ਐਕਟ ਆਇਆ ਸੀਗਾ 1952 ਦੇ ਵਿੱਚ। ਮਾਈਨਸ ਐਕਟ ਜਿਹੜਾ ਦਾ ਮਾਈਨਸ ਐਕਟ 1952 ਦੇ ਵਿੱਚ ਆਇਆ ਸੀ। ਇਸ ਵਿੱਚ ਕੀ ਸੀਗਾ, ਜਿਹੜੇ ਲੋਕ ਕੋਲੇ ਦੀਆਂ ਖਾਨਾਂ ਦੇ ਵਿੱਚ ਕੰਮ ਕਰਦੇ ਨੇ, ਡੇਂਜਰ ਜਗ੍ਹਾ, ਖਤਰਨਾਕ ਜਗ੍ਹਾ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕ੍ਰੈਚ ਸਿਸਟਮ ਖੋਲ੍ਹੇ ਜਾਣ। ਉਸ ਤੋਂ ਬਾਅਦ ਅਗਲਾ ਦੂਸਰਾ ਐਕਟ ਜਿਹੜਾ ਆਇਆ ਸੀਗਾ ਫੈਕਟਰੀ ਐਗਰੀਮੈਂਟ ਐਕਟ। ਫੈਕਟਰੀ ਐਗਰੀਮੈਂਟ ਐਕਟ ਦੇ ਵਿੱਚ ਕੀ ਸੀਗਾ, ਜੋ ਲੋਕ ਫੈਕਟਰੀ ਵਿੱਚ ਕੰਮ ਕਰਦੇ ਨੇ ਉਹਨਾਂ ਦੇ, ਦੇਖੋ ਛੋਟੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਮਾਪਿਓ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ, ਬਾਅਦ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ, ਤਾਂ ਉਹਨਾਂ ਦੇ ਬੱਚਿਆਂ ਨੂੰ ਸਾਂਭ ਸੰਭਾਲਣ ਕਰਨ ਲਈ ਤੇ ਸਿੱਖਿਆ ਪ੍ਰੋਵਾਈਡ ਕਰਨ ਲਈ ਉਸ ਫੈਕਟਰੀ ਦੇ ਲਾਗੇ ਕੋਈ ਜਿਹੜਾ ਹੈਗਾ ਕ੍ਰੈਚ ਸਿਸਟਮ ਖੋਲ੍ਹਿਆ ਜਾਂਦਾ ਜਾਂ ਕ੍ਰੈਚ ਸੈਂਟਰ ਖੋਲ੍ਹਿਆ ਜਾਂਦਾ। ਇਸ ਐਗਰੀਮੈਂਟ ਦੇ ਅਧੀਨ ਕੀ ਕੀਤਾ ਗਿਆ ਸੀਗਾ, ਉਸ ਨੂੰ ਵੀ ਲਾਗੂ ਕੀਤਾ ਗਿਆ ਸੀ। ਫੈਕਟਰੀ ਐਗਰੀਮੈਂਟ ਐਕਟ 1987 ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਸੀਗਾ ਪਲੈਟੀਸ਼ਨ ਲੇਬਰ ਐਕਟ 1951। ਉਹ ਲੋਕ ਜੋ ਕਿਸੇ ਪਲਾਂਟ ਦੇ ਵਿੱਚ ਕੰਮ ਕਰਦੇ ਨੇ, ਜ਼ਰੂਰ ਯਾਦ ਰੱਖਿਓ ਜਿਹੜੇ ਐਕਟ ਦਿੰਨੇ ਹੈਗੇ ਨੇ ਕੰਮ ਉਹਨਾਂ ਦੇ ਸਾਰਿਆਂ ਦੇ ਸੇਮ ਨੇ, ਬਸ ਇੱਕ ਥੋੜੇ ਮੈਨਰਾਂ ਦਾ ਫਰਕ ਹੈ, ਠੀਕ ਹੈ। ਪਹਿਲੇ ਦੇ ਵਿੱਚ ਕੀ ਸੀਗਾ ਕਿ ਜੋ ਲੋਕ ਕਿਸੇ ਕੋਲੇ ਦੀਆਂ ਖਾਨਾਂ ਦੇ ਵਿੱਚ ਕੰਮ ਕਰਦੇ ਨੇ, ਉਹ ਕਿਹੜਾ ਐਕਟ ਸੀਗਾ, ਉਹ ਕਦੋਂ ਆਇਆ ਸੀਗਾ, ਇਹ ਵਾਲਾ 1952 ਦੇ ਵਿੱਚ ਆਇਆ ਸੀ। ਫਿਰ ਫੈਕਟਰੀ ਵਾਲਾ ਜਿਹੜਾ ਹੈਗਾ ਸੀ ਇਹ 1987 ਦੇ ਵਿੱਚ ਆਇਆ ਸੀ, ਤੇ ਲੇਬਰ ਐਕਟ ਵਾਲਾ ਜਿਹੜਾ ਹੈਗਾ ਸੀ 1951 ਦੇ ਵਿੱਚ ਆਇਆ ਸੀ। ਜੋ ਲੋਕ ਪਲਾਂਟ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕ੍ਰੈਚ ਸਿਸਟਮ ਵੀ ਖੋਲ੍ਹਿਆ ਜਾਵੇ, ਇਸ ਲੇਬਰ ਐਕਟ ਦੇ ਅਧੀਨ 1951 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਤਾਂ ਅੱਗੇ ਜਿਹੜਾ ਹੈਗਾ ਕਿ ਪੰਜਾਬ ਸਟੇਟ ਨੀਤੀ ਦੇ ਅਨੁਸਾਰ, ਪੰਜਾਬ ਸਟੇਟ ਪਾਲਿਸੀ ਦੇ ਅਨੁਸਾਰ ਪ੍ਰੀ ਪ੍ਰਾਇਮਰੀ ਲਈ ਕਿਹੜੇ ਮਿਸ਼ਨ ਨੂੰ ਜਾਰੀ ਕੀਤਾ ਗਿਆ, ਪੰਜਾਬ ਦੁਆਰਾ ਕਿਹੜੇ ਚੀਜ਼ਾਂ ਨੂੰ ਜਾਰੀ ਕੀਤਾ ਗਿਆ, ਆਪਾਂ ਉਹ ਚੀਜ਼ਾਂ ਦੇਖਣਾ ਹੈ। ਅੱਛਾ, ਇੱਕ ਤੁਹਾਨੂੰ ਮੈਂ ਹੋਰ ਦੱਸ ਦਿੱਤਾ ਜਾਵੇ ਕਿ ਇਹਨਾਂ ਦੇ ਐਕਟਾਂ ਦੇ ਵਿੱਚ ਹੀ ਇੱਕ ਆਇਆ ਸੀਗਾ ਮਨਰੇਗਾ, ਸਾਰੇ ਜਾਣਦੇ ਆਪਾਂ ਮਨਰੇਗਾ ਜੀਏ, ਇੱਧਰ ਪਾ ਦੇਣਾ ਮੈਂ ਮਨਰੇਗਾ ਜੀਏ, ਇਹਦੀ ਫੁੱਲ ਫਾਰਮ ਲਿਖ ਲਓ, ਪੰਜਾਬੀ 'ਚ ਮੈਂ ਲਿਖਾਉਣਾ ਬਹੁਤ ਵਾਰ। ਕਈ ਵਾਰੀ ਤਾਂ ਇਹ ਹੈ ਵੀ ਮਨਰੇਗਾ ਆਪਾਂ ਨੂੰ ਪਤਾ ਤਾਂ ਹੁੰਦਾ ਹੈ ਨਾ ਵੀ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਦੁਆਰਾ ਇਹ ਮੁਹਿੰਮ ਚਲਾਈ ਗਈ ਸੀ। ਇਹ ਮੁਹਿੰਮ ਕਦੋਂ ਚਲਾਈ ਗਈ ਸੀ ਫਿਰ ਇਹ ਵੀ ਦੱਸ ਦਿੰਦੇ ਆ। ਇਹ ਮੁਹਿੰਮ ਚਲਾਈ ਗਈ ਸੀ ਕਿ 2005 ਦੇ ਵਿੱਚ, 2005 ਦੇ ਵਿੱਚ ਮਨਰੇਗਾ ਨੂੰ ਸਟਾਰਟ ਕੀਤਾ ਗਿਆ ਸੀਗਾ, ਠੀਕ ਹੈ ਜੀ। ਕਿ ਇਹਦੇ ਵਿੱਚੋਂ ਕੁਝ ਸ਼ੇਅਰ ਜਿਹੜਾ ਹੈਗਾ ਸੈਂਟਰ ਦਾ ਹੁੰਦਾ ਤੇ ਕੁਝ ਸ਼ੇਅਰ ਜਿਹੜੀ ਹੈਗੀ ਹੈ ਸਟੇਟ ਸਰਕਾਰ ਦਿੰਦੀ ਆ। ਕਹਿਣ ਦਾ ਮਤਲਬ ਕੀ ਹੈ, 250 ਰੁਪਿਆ ਸੈਂਟਰ ਸਰਕਾਰ ਦਿੰਦੀ ਆ ਤੇ ਸਟੇਟ ਸਰਕਾਰ ਦੇਵੇ ਨਾ ਦੇਵੇ ਉਹ ਸਟੇਟ ਤੇ ਡਿਪੈਂਡ ਕਰਦਾ, ਪਰ ਦਿੰਦੇ ਘੱਟ ਹੀ ਹੁੰਦੇ ਨੇ। 2.5 3 40 50 ਰੁਪਏ ਦੇ ਦਿੰਦੇ ਨੇ, ਵੱਧ ਤੋਂ ਵੱਧ 300 ਰੁਪਈਆ ਵਿਚਾਰਿਆਂ ਦੀ ਦਿਹਾੜੀ ਪੈਂਦੀ ਹੈ। ਮਨਰੇਗਾ ਦੀ ਫੁੱਲ ਫਾਰਮ ਦੱਸ ਦਿੰਦਾ ਮੈਂ ਤੁਹਾਨੂੰ, ਨੋਟ ਕਰ ਲਿਓ। ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਇੰਪਲਾਇਮੈਂਟ ਗ੍ਰਾਂਟ ਐਕਟ 2005। ਮੈਂ ਦੁਬਾਰਾ ਇਹਨੂੰ ਰਿਪੀਟ ਕਰ ਦਿੰਦਾ, ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਇੰਪਲਾਇਮੈਂਟ ਗ੍ਰਾਂਟ ਐਕਟ 2005 ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀਗਾ।
ਇਹਦੇ ਵਿੱਚ ਵੀ ਭਾਈ ਕੀ ਹੈ ਕਿ ਸਵੈ ਰੁਜ਼ਗਾਰ ਸਾਰਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈਗਾ। ਠੀਕ ਹੈ, ਇਹ ਸਾਰਿਆਂ ਮਨਰੇਗਾ ਦੇ ਅਧੀਨ। ਅੱਗੇ ਕੀ ਸੀਗਾ, ਆਪਾਂ ਜਿਹੜੀਆਂ ਨੀਤੀਆਂ ਕਰ ਰਹੇ ਸੀਗੇ ਉਹ ਪੰਜਾਬ ਸਰਕਾਰ ਦੀਆਂ ਸੀਗੀਆਂ। ਕਿਹੜੀਆਂ ਕਿਹੜੀਆਂ ਨੀਤੀਆਂ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਇੰਪਲੀਮੈਂਟ ਕਰੂਗੀ ਜਾਂ ਮਿਸ਼ਨ ਜਾਰੀ ਕੀਤੇ ਜਾਣਗੇ ਪ੍ਰੀ ਪ੍ਰਾਇਮਰੀ ਦੇ ਅਧੀਨ। ਪੰਜਾਬ ਵਿੱਚ ਕੀ ਸੀਗਾ ਕਿ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਊਗਾ। ਪੰਜਾਬ ਸਰਕਾਰ ਕਹਿੰਦੀ ਆ ਕਿ ਪੰਜਾਬ ਦੇ ਵਿੱਚ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਊਗਾ। ਇਹ ਪੰਜਾਬ ਸਰਕਾਰ ਕਹਿੰਦੀ ਆ, ਜਦੋਂ ਕਰਨਗੇ ਉਦੋਂ ਦੇਖੀ ਜਾਊਗੀ। ਉਦੋਂ ਕੀ ਆ ਕਿ ਪੰਜਾਬ ਸਰਕਾਰ ਨੇ ਇਹਨਾਂ ਨੂੰ ਅਰਲੀ ਚਾਈਲਡਹੁੱਡ ਕੇਅਰ ਨੂੰ ਪੰਜਾਬ ਸਰਕਾਰ ਨੇ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਪਹਿਲਾ ਕਿਹੜਾ ਹੈ ਕਿ ਗਰਭ ਧਾਰਨ ਅਵਸਥਾ, ਦੂਜਾ ਕਿਹੜੇ ਆ, ਦੂਜੀ ਸਟੇਜ ਕਿਹੜੀ ਆ, ਪਹਿਲੀ ਸਟੇਜ ਹੈ, ਔਰ ਦੂਜੀ ਸਟੇਜ ਕਿਹੜੀ ਹੈ, ਦੂਜੀ ਸਟੇਜ ਕੀ ਹੈ 0 ਤੋਂ ਲੈ ਕੇ ਕਹਿੰਦਾ ਜਦੋਂ ਬੱਚਾ 3 ਸਾਲ ਦਾ ਹੋ ਜਾਂਦਾ। ਤੀਜੀ ਸਟੇਜ ਕਿਹੜੀ ਹੈ, ਕਹਿੰਦਾ ਜਦੋਂ ਬੱਚਾ 4 ਤੋਂ ਲੈ ਕੇ 6 ਸਾਲ ਦਾ ਹੋ ਜਾਂਦਾ। ਇਹ ਪਹਿਲੀ ਸਟੇਜ ਜਦੋਂ ਬੱਚਾ ਕੀ ਹੁੰਦਾ ਹੈਗਾ ਮਾਂ ਦੇ ਪੇਟ ਦੇ ਅੰਦਰ ਹੁੰਦਾ ਹੈ, ਉਹਨੂੰ ਕੀ ਕਿਹਾ ਜਾਂਦਾ, ਗਰਭ ਅਵਸਥਾ। ਦੂਸਰਾ ਕਿਹੜਾ ਹੈ, ਜਦੋਂ ਬੱਚਾ ਜਨਮ ਲੈ ਲੈਂਦਾ 0 ਤੋਂ ਲੈ ਕੇ 3 ਸਾਲ ਤੱਕ, ਉਦੋਂ ਦੂਜੀ ਸਟੇਜ ਮੰਨੀ ਜਾਂਦੀ ਹੈ। ਤੀਜਾ ਜਿਹੜਾ ਪੁਆਇੰਟ ਹੈਗਾ 4 ਤੋਂ ਲੈ ਕੇ 6 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ, ਤੀਜੀ ਸਟੇਜ ਮੰਨੀ ਜਾਂਦੀ ਆ। ਆਪਾਂ ਇਹ ਤਿੰਨੇ ਸਟੇਜਾਂ ਬਾਰੇ ਅੱਜ ਗੱਲ ਕਰਦੇ ਆ, ਕਿਹੜੀਆਂ ਕਿਹੜੀਆਂ ਕਿਵੇਂ ਕਿਵੇਂ ਹੈਗੀਆਂ ਨੇ। ਗਰਭ ਅਵਸਥਾ ਜਿਹੜੀ ਗਰਭ ਧਾਰਨ ਅਵਸਥਾ ਜਿਹੜੀ ਹੈਗੀ ਆ, ਪਹਿਲੀ ਸਟੇਜ ਜਿਹੜੀ ਹੈਗੀ ਆ, ਇਹਦੇ ਵਿੱਚ ਕੀ ਹੈ ਕਿ ਜੇਕਰ ਕੋਈ ਗਰਭਵਤੀ ਔਰਤ ਆਪਣਾ ਸਰਟੀਫਿਕੇਟ ਕਿਸੇ ਆਂਗਣਵਾੜੀ ਨੂੰ ਜਮ੍ਹਾਂ ਕਰਵਾ ਦਿੰਦੀ ਹੈ ਤਾਂ ਸਰਕਾਰ ਵੱਲੋਂ ਉਹਨੂੰ 6000 ਰੁਪਏ ਦਿੱਤੇ ਜਾਂਦੇ ਨੇ ਜੀ। ਕੀ ਹੈ ਕਿ ਜਦੋਂ ਔਰਤ ਗਰਭਵਤੀ ਹੁੰਦੀ ਹੈ, ਆਪਣਾ ਦੇਖੋ ਜੋ ਵੀ ਹਸਪੀਟਲ ਦੇ ਵਿੱਚੋਂ ਕੋਈ ਵੀ ਜਿਹੜਾ ਮਤਲਬ ਕਿ ਆਪਾਂ ਨੂੰ ਮੈਡੀਸਨ ਜਿਹੜੀ ਰਿਪੋਰਟ ਜਾਰੀ ਕਰਦੇ ਆ, ਉਹਦੇ ਆਧਾਰ ਤੇ ਦੇਖ ਕੇ ਆਪਾਂ ਨੂੰ ਕੀ ਕੀਤਾ ਜਾਂਦਾ, ਆਂਗਣਵਾੜੀ ਸੈਂਟਰਾਂ ਵੱਲੋਂ ਆਪਣਾ ਇੱਕ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ। ਉਹ ਸਰਟੀਫਿਕੇਟ ਕੀ ਕਰਦੇ ਆ, ਉਹ ਸਰਕਾਰ ਦੁਆਰਾ ਉਹਦਾ ਜਿਹੜਾ ਹੈਗਾ ਬਾਇਓਡਾਟਾ ਚਲੇ ਜਾਂਦਾ ਤੇ ਉਸ ਸਰਕਾਰ ਕੀ ਕਰਦੀ ਹੈ, ਜਦੋਂ ਬੱਚਾ ਜਨਮ ਲੈ ਲੈਂਦਾ ਤਾਂ ਉਦੋਂ ਕੀ ਕਰਦੀ ਹੈ ਸਰਕਾਰ, ਉਸ ਔਰਤ ਦੇ ਖਾਤੇ 'ਚ 3000 ਰੁਪਏ ਜਮ੍ਹਾਂ ਕਰਵਾ ਦਿੰਦੀ ਹੈ। ਰਹਿ ਗਈ ਹੁਣ ਗੱਲ 3000 ਰੁਪਏ ਦੀ। ਉਹ ਕਦੋਂ ਮਿਲਦੇ ਨੇ, ਉਹ ਮਿਲਦੇ ਆ ਜਦੋਂ ਬੱਚੇ ਨੂੰ ਟੀਕਾਕਰਨ ਪੂਰਾ ਹੋ ਜੇ ਜੀ। ਜਿੰਨਾ ਟੀਕਾਕਰਨ ਹੋਣਾ ਚਾਹੀਦਾ ਉਹ ਜਦੋਂ ਪੂਰਾ ਲੱਗ ਜੇ ਬੱਚੇ ਨੂੰ ਤਾਂ 3000 ਖਾਤੇ 'ਚ ਉਦੋਂ ਆਉਂਦੇ ਨੇ। ਇਹਦੀ ਤਾਂ ਸ਼ੋਰਟੀ ਹੈ ਵੀ ਪੱਕਾ ਆਉਣਗੇ, ਇਹਦਾ ਕੁਝ ਕਹਿ ਨਹੀਂ ਸਕਦੇ, ਆ ਵੀ ਜਾਂਦੇ ਨੇ ਤੇ ਨਹੀਂ ਵੀ ਆਉਂਦੇ। ਠੀਕ ਹੈ ਜੀ, ਤਾਂ ਟੋਟਲ ਕਿੰਨਾ ਹੋ ਗਿਆ 6000 ਰੁਪਇਆ ਖਾਤੇ 'ਚ ਪਾਉਂਦੀ ਹੈ ਸਰਕਾਰ। ਕਿ ਉਦੋਂ ਪਾਉਂਦੀ ਹੈ, ਕਹਿੰਦਾ ਵੀ ਇਹ ਕਾਹਦੇ ਵਾਸਤੇ ਪਾਉਂਦੀ ਹੈ, ਇਹ ਨਹੀਂ ਹੈਗਾ ਵੀ ਔਰਤ ਨੂੰ, ਇਹ ਇਸੇ ਕਰਕੇ ਪਾਉਂਦੀ ਹੈ ਕਿ ਔਰਤ ਜਿਹੜੀ ਹੈਗੀ ਆ ਆਪਣਾ ਖਾਣ ਪੀਣ ਨੂੰ ਨਿਊਟ੍ਰੀਸ਼ਨ ਲੈਵਲ ਜਿਹੜਾ ਹੈਗਾ ਠੀਕ ਰੱਖ ਸਕੇ। ਠੀਕ ਹੈ, ਮਾਂ ਦੀ ਜਿਹੜੀ ਬੱਚੇ ਦੀ ਜਿਹੜਾ ਜਨਮ ਹੈ ਉਹ ਠੀਕ ਤਰ੍ਹਾਂ ਹੋ ਸਕਿਆ। ਠੀਕ ਹੈ, ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖ ਸਕੇ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਕਰਕੇ ਕੀ ਹੈ ਸਰਕਾਰ ਉਹਨਾਂ ਦੇ ਖਾਤੇ ਦੇ ਵਿੱਚ 6-6000 ਰੁਪਇਆ ਪਾਉਂਦੀ ਹੈ। ਠੀਕ ਹੈ ਨਾ, ਇਹ ਜ਼ਰੂਰ ਯਾਦ ਰੱਖਣਾ ਹੈ। ਦੂਜੀ ਸਟੇਜ ਕੀ ਹੈ ਕਿ ਜਦੋਂ ਬੱਚਾ 0 ਤੋਂ ਲੈ ਕੇ 3 ਸਾਲ ਦੀ ਅਵਸਥਾ ਦੇ ਵਿੱਚ ਆ ਜਾਂਦਾ। ਹੁਣ ਗੱਲ ਕਰ ਰਹੇ ਹਾਂ ਬੱਚੇ ਦੇ ਜਨਮ। ਬੱਚਾ ਜਨਮ ਜਦੋਂ ਲੈ ਲੈਂਦਾ, ਜਦੋਂ ਬੱਚੇ ਦਾ ਜਨਮ ਹੋ ਜਾਂਦਾ ਤਾਂ ਬੱਚੇ ਦਾ ਵਿਕਾਸ ਕਿਵੇਂ ਕੀਤਾ ਜਾਵੇ ਕਿ ਬੱਚੇ ਨੂੰ ਵਾਤਾਵਰਨ ਚੰਗਾ ਦਿੱਤਾ ਜਾਵੇ। ਕਹਿਣ ਦਾ ਮਤਲਬ ਕੀ ਹੈ ਕਿ ਉਹਨਾਂ ਦਾ ਵਿਕਾਸ ਕਿਵੇਂ ਹੋਣਾ ਚਾਹੀਦਾ। ਇੱਕ ਤਾਂ ਇਹ ਹੈ ਕਿ ਬੱਚੇ ਨੂੰ ਚੰਗਾ ਵਾਤਾਵਰਨ ਹੋਣਾ ਚਾਹੀਦਾ, ਉਹਦੇ ਵਿੱਚ ਬੱਚੇ ਨੂੰ ਚੰਗੇ ਵਾਤਾਵਰਨ ਦੇ ਵਿੱਚ ਜਿਹੜਾ ਹੈਗਾ ਲੈ ਕੇ ਜਾਇਆ ਜਾਵੇ ਤੇ ਬੱਚੇ ਦੇ ਸਿਹਤ ਦਾ ਧਿਆਨ ਰੱਖਿਆ ਜਾਵੇ ਤੇ ਬੱਚੇ ਨੂੰ ਸਹੀ ਟੀਕਾਕਰਨ ਕੀਤਾ ਜਾ ਸਕੇ। ਇਹ ਸਾਰੀਆਂ ਚੀਜ਼ਾਂ ਜਿਹੜੇ ਦੂਜੀ ਸਟੇਜ ਦੇ ਵਿੱਚ ਆਉਂਦੀਆਂ ਨੇ 0 ਤੋਂ ਲੈ ਕੇ 3 ਸਾਲ ਦੀ ਅਵਸਥਾ ਦੇ ਵਿੱਚ। ਉਸ ਤੋਂ ਬਾਅਦ ਕੀ ਹੈ, ਜਿਹੜੀ 4 ਤੋਂ ਲੈ ਕੇ 6 ਸਾਲ ਦੀ ਅਵਸਥਾ ਹੈ, ਇਹਦੇ ਵਿੱਚ ਕੀ ਹੈ ਕਿ ਇਸ ਸਮੇਂ ਬੱਚੇ ਨੂੰ ਖਤਰਨਾਕ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ। ਦੇਖੋ ਬੱਚੇ ਨੂੰ ਹਾਲੇ ਪਤਾ ਨਹੀਂ ਹੁੰਦਾ, ਬੱਚੇ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਵੀ ਮੈਂ ਕਿੱਥੋਂ ਅੱਗੇ ਮੇਰੇ ਸਾਹਮਣੇ ਕੂਆ ਜਾਂ ਮੈਂ ਡਿੱਗਣਾ ਜਾਂ ਮੇਰੇ ਸੱਟ ਲੱਗੂਗੀ। ਜਾਂ ਆਪਾਂ ਕਈ ਵਾਰੀ ਕੀ ਹੈ ਮੋਬਾਈਲ ਦਾ ਚਾਰਜ ਲਾ ਦਿੰਦੇ ਆ, ਉੱਪਰੋਂ ਸੁੱਚ ਲੱਗੀ ਹੁੰਦੀ ਹੈ ਤੇ ਲੀਡ ਜਿਹੜੇ ਹੈਗੇ ਆ ਵਾਇਰ ਥੱਲੇ ਲੌਂਕੀ ਜਾਂਦੀ ਹੈ, ਕਈ ਵਾਰੀ ਬੱਚਾ ਉਹਨੂੰ ਮੂੰਹ 'ਚ ਪਾ ਲੈਂਦਾ ਹੈਗਾ। ਬੱਚੇ ਨੂੰ ਇਹ ਚੀਜ਼ਾਂ ਦਾ ਹਾਲੇ ਪਤਾ ਨਹੀਂ ਹੁੰਦਾ। ਉਹੀ ਗੱਲ ਹੈ ਕਿ ਬੱਚੇ ਨੂੰ ਖਤਰਨਾਕ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਤੇ ਇਸ ਸਮੇਂ ਬੱਚੇ ਦੇ ਪੌਸ਼ਟਿਕ ਤੱਤਾਂ ਨੂੰ ਪੂਰਾ ਕੀਤਾ ਜਾਵੇ। ਬੱਚੇ ਦੇ ਖਾਣ ਪੀਣ ਜਿਹੜਾ ਹੈਗਾ ਪੂਰਾ ਧਿਆਨ ਰੱਖਿਆ ਜਾਵੇ। ਇਸ ਸਮੇਂ ਬੱਚੇ ਨੂੰ ਸਹੀ ਤਰੀਕੇ ਨਾਲ ਪੜ੍ਹਾਇਆ ਜਾਵੇ। ਇਹ 4 ਤੋਂ ਲੈ ਕੇ 6 ਸਾਲ ਦੀ ਅਵਸਥਾ ਦੇ ਵਿੱਚ ਤੀਜੀ ਸਟੇਜ ਦੇ ਵਿੱਚ ਬੱਚੇ ਨੂੰ ਮੰਨਿਆ ਜਾਂਦਾ ਹੈਗਾ।
ਚਾਈਲਡ ਡਿਵੈਲਪਮੈਂਟ ਅਰਲੀ ਚਾਈਲਡਹੁੱਡ ਕੇਅਰ 0 ਤੋਂ ਲੈ ਕੇ 6 ਸਾਲ ਦਾ ਜਿਹੜਾ ਆਪਾਂ ਦੇਖਦੇ ਆ ਵੀ 0 ਤੋਂ ਲੈ ਕੇ 6 ਸਾਲ ਦੇ ਬੱਚੇ ਦਾ ਵਿਕਾਸ ਕਿਵੇਂ ਹੋ ਸਕਦਾ ਹੈ, ਕਿਹੜੀਆਂ ਚੀਜ਼ਾਂ ਨੂੰ ਪੰਜਾਬ ਸਰਕਾਰ ਇੰਪਰੂਵ ਕਰ ਸਕਦੀ ਹੈ, ਕੁਆਲਿਟੀ ਦੇ ਸਕਦੀ ਹੈ, ਕਿਹੜੀਆਂ ਚੀਜ਼ਾਂ ਦੇ ਵਿੱਚ ਉਹ ਡਿਸਕਸ ਕਰਾਂਗੇ। ਪੰਜਾਬ ਸਰਕਾਰ ਦੁਆਰਾ ਗੁਣਵੱਤਾ ਨੂੰ ਲਗਾਤਾਰ ਵਧਾਇਆ ਜਾਵੇ। ਕਹਿਣ ਦਾ ਮਤਲਬ ਕੀ ਹੈ, ਗੁਣਵੱਤਾ ਨੂੰ ਲਗਾਤਾਰ ਵਧਾਇਆ ਜਾਵੇ। ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਦੀ ਕੰਮ ਕਰਨ ਦੀ ਸ਼ਕਤੀ ਨੂੰ ਵਧਾਇਆ ਜਾਵੇ। ਇਹਨਾਂ ਸਾਰੀਆਂ ਕੰਮਾਂ ਦੀ ਨਿਗਰਾਨੀ ਨੂੰ ਜਾਂ ਦੇਖਭਾਲ ਕੀਤੀ ਜਾਵੇ। ਬੱਚੇ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਇਆ ਜਾਵੇ ਸਕੂਲਾਂ ਦੇ ਵਿੱਚ। ਬੱਚੇ ਨੂੰ ਚੰਗਾ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਪ੍ਰਬੰਧ ਕਰਵਾਇਆ ਜਾਵੇ ਸਕੂਲਾਂ ਦੇ ਵਿੱਚ। ਬੱਚੇ ਨੂੰ ਚੰਗੇ ਬਾਥਰੂਮਾਂ ਦਾ ਵੀ ਪ੍ਰਬੰਧ ਕਰਵਾਇਆ ਜਾਵੇ ਸਕੂਲਾਂ ਦੇ ਵਿੱਚ। ਇਹ ਜਿਹੜੀ ਹੈਗੀ ਆ ਇਸ ਦੇ ਵਿੱਚ ਆ। ਉਸ ਦੇ ਵਿੱਚ ਕੀ ਹੈ ਕਿ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੇ ਅੰਦਰ ਸਾਂਝੇਦਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਸਰਕਾਰ ਕੁਝ ਸੰਸਥਾਵਾਂ ਰਲ ਕੇ ECCE ਨੂੰ ਹਰ ਜਗ੍ਹਾ ਤੇ ਪਹੁੰਚਾ ਸਕਣ। ਕਹਿਣ ਦਾ ਮਤਲਬ ਕੀ ਹੈ ਕਿ ਅਰਲੀ ਚਾਈਲਡਹੁੱਡ ਕੇਅਰ ਅਤੇ ਦੇ ਅੰਦਰ ਕੀ ਹੈ, ਸਾਂਝੇਦਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਕੋਈ ਵੀ ਸਰਕਾਰੀ ਸੰਸਥਾ ਹੈ, ਠੀਕ ਹੈ, ਕੋਈ ਸੰਸਥਾ ਸਰਕਾਰੀ ਸੰਸਥਾ ਹੈ, ਕੁਝ ਰਲ ਕੇ ਕੀ ਕਰਦੀ ਆ, ਚੰਗਾ ਉਹ ਕੀ ਕਰਨ, ਉਹਨਾਂ 'ਤੇ ਇਨਵੈਸਟਮੈਂਟ ਕਰਨ। ਕੋਈ ਚੀਜ਼ਾਂ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹਨਾਂ ਨੂੰ ਸਕੂਲਾਂ ਦੇ ਵਿੱਚ ਡਿਵੈਲਪਮੈਂਟ ਉਹਨਾਂ ਚੀਜ਼ਾਂ ਦੀ ਕੀਤੀ ਜਾਵੇ। ਕਹਿਣ ਦਾ ਮਤਲਬ ਕੀ ਹੈ, ਕੋਈ ਨਵੀਂ ਬਿਲਡਿੰਗ ਬਣ ਲਈ ਹੈ ਤਾਂ ਉਸ ਦੇ ਜ਼ਰੀਏ ਉਹਨਾਂ ਦੀ ਡਿਵੈਲਪਮੈਂਟ ਕਰਨ। ਕੋਈ ਹੋਰ ਪੀਣ ਵਾਲੇ ਪਾਣੀ ਦੀ ਸੁਵਿਧਾ ਪ੍ਰਦਾਨ ਕਰਨੀ ਆ, ਉਹ ਚੀਜ਼ਾਂ ਦੀ ਡਿਵੈਲਪਮੈਂਟ ਕਰਨ। ਤੇ ਇਹ ਹਰ ਜਗ੍ਹਾ ਨੂੰ ਪਹੁੰਚਾਉਣਾ ਕਿਹਦਾ ਕੰਮ ਹੈ, ਪੰਜਾਬ ਸਰਕਾਰ ਦਾ ਕੰਮ ਹੈ। ਪੰਜਾਬ ਸਰਕਾਰ ਅੰਦਰ ECC ਨੂੰ ਕਿਵੇਂ ਕਾਮਯਾਬ ਕੀਤਾ ਜਾਂਦਾ, 10-12 ਪੁਆਇੰਟ ਨੇ ਤੇ 10-12 ਪੁਆਇੰਟ ਹੀ ਆਪਣੇ ਵਾਸਤੇ ਬਹੁਤ ਜ਼ਰੂਰੀ ਨੇ। ਕੱਲਾ ਪੁਆਇੰਟ ਮੈਂ ਐਕਸਪਲੇਨ ਕਰੂੰਗਾ, ਧਿਆਨ ਨਾਲ ਸੁਣਿਓ, ਜ਼ਰੂਰੀ ਨੇ ਆਪਣੇ ਵਾਸਤੇ। ਪਹਿਲੇ ਪੁਆਇੰਟ ਦੇ ਵਿੱਚ ਕੀ ਕਿਹਾ ਹੈ ਕਿ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਸਰਕਾਰੀ ਸੰਸਥਾ ਤੇ ਪ੍ਰਾਈਵੇਟ ਸੰਸਥਾ ਚਾਹੇ ਦੋਵੇਂ ਮਿਲ ਕੇ ਕੰਮ ਕਰਨ। ਆਪਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਪਹਿਲੇ ਲੈਕਚਰ ਦੇ ਵਿੱਚ, ਆਪਾਂ ਦੂਜੇ ਜਾਂ ਤੀਜੇ ਲੈਕਚਰ ਦੇ ਵਿੱਚ ਇਹ ਮੈਂ ਤੁਹਾਨੂੰ ਪੜ੍ਹਾਇਆ ਸੀਗਾ ਕਿ ਇੱਕ ਤਾਂ ਗੈਰ ਸਰਕਾਰੀ ਸੰਸਥਾਵਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਸਰਕਾਰੀ ਸੰਸਥਾਵਾਂ। ਕਹਿਣ ਦਾ ਮਤਲਬ ਕੀ ਹੈ, ਪੰਜਾਬ ਦੇ ਵਿੱਚ ਭਾਵੇਂ ਦੀ ਸਰਕਾਰੀ ਸੰਸਥਾ ਹੈ, ਭਾਵੇਂ ਦੀ ਪ੍ਰਾਈਵੇਟ ਸੰਸਥਾ ਹੈ, ਚਾਹੇ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਰਲ ਕੇ ਕੰਮ ਕਰਨ, ਠੀਕ ਹੈ, ਪਰ ਉਹ ਚੀਜ਼ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਰਲ ਕੇ ਕੰਮ ਕੀਤਾ ਜਾਊਗਾ ਤਾਂ ਪੰਜਾਬ ਦੇ ਵਿੱਚ ਕੀ ਹੈ, ਬੱਚਿਆਂ ਦੀ ਅਰਲੀ ਚਾਈਲਡਹੁੱਡ ਕੇਅਰ ਦਾ ਕੀ ਹੈ, ਵਿਕਾਸ ਹੋਊਗਾ ਤੇ ਪੰਜਾਬ ਦੇ ਹਰ ਥਾਂ ਤੇ ਕੀ ਕੀਤਾ ਜਾਊਗਾ, ਇਸ ਨੂੰ ਲਾਗੂ ਕੀਤਾ ਜਾਊਗਾ ਅਰਲੀ ਚਾਈਲਡਹੁੱਡ ਕੇਅਰ ਨੂੰ। ਉਸ ਤੋਂ ਬਾਅਦ ਦੂਸਰਾ ਪੁਆਇੰਟ ਕੀ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਅਰਲੀ ਚਾਈਲਡਹੁੱਡ ਕੇਅਰ ਬੱਚਿਆਂ ਨੂੰ ਲਗਭਗ 3 ਤੋਂ 4 ਘੰਟੇ ਪੜ੍ਹਾਈ ਰੋਜ਼ ਕਰਵਾਈ ਜਾਵੇ। ਇਹ ਨਹੀਂ ਹੈਗਾ ਵੀ ਦੇਖੋ ਸਕੂਲ ਦੇ ਵਿੱਚ ਗਏ ਬੱਚੇ ਬਿਠਾਤੇ ਲਾਈਨਾਂ ਦੇ ਵਿੱਚ, ਕਮਰਿਆਂ ਦੇ ਵਿੱਚ ਬਿਠਾਤੇ, ਠੀਕ ਹੈ, ਆਪਾਂ ਕੀ ਹੈ WhatsApp ਤੇ ਲੱਗੇ ਰਹੇ, Facebook ਤੇ ਲੱਗੇ ਰਹੇ। ਇਦਾਂ ਨਹੀਂ ਹੋਣਾ ਚਾਹੀਦਾ। ਜੇਕਰ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੇ ਦੌਰਾਨ ਕੀ ਹੈ, ਬੱਚੇ ਨੂੰ ਰੋਜ਼ਾਨਾ 3 ਤੋਂ ਲੈ ਕੇ 4 ਘੰਟੇ ਜਿਹੜੀ ਹੈਗੀ ਹੈ ਪੜ੍ਹਾਈ ਕਰਵਾਈ ਜਾਵੇ, ਫਿਰ ਹੀ ਕੀ ਕੀਤਾ ਜਾ ਸਕਦਾ ਹੈਗਾ, ਇਸ ਦਾ ਬੱਚਿਆਂ ਦਾ ਵਿਕਾਸ ਕੀਤਾ ਜਾ ਸਕਦਾ। ਤੀਜਾ ਪੁਆਇੰਟ ਕੀ ਹੈ, ਪੰਜਾਬ ਸਰਕਾਰ ਨੇ ਆਪਣੀ ਨਵੀਂ ਨੀਤੀ ਦੇ ਵਿੱਚ ਇੱਕ ਕਲਾਸ ਰੂਮ ਜਿਹੜਾ ਹੈਗਾ 30 ਸਕੁਅਰ ਫੁੱਟ ਦਾ ਹੋਣਾ ਚਾਹੀਦਾ। ਇੱਕ ਕਲਾਸ ਰੂਮ ਹੈ, ਕਹਿਣ ਦਾ ਮਤਲਬ ਕੀ ਹੈ, ਆ ਤੁਹਾਡਾ ਭਾਈ ਕਲਾਸ ਰੂਮ ਹੈ 30 ਸਕੁਅਰ ਫੁੱਟ ਦਾ, ਠੀਕ ਹੈ। 30 ਸਕੁਅਰ ਫੁੱਟ ਦੇ ਵਿੱਚ ਇਸੇ ਕਰਕੇ ਹੈ ਕਿ ਇਹਦੇ ਵਿੱਚ ਕੀ ਹੈ 30 ਬੱਚੇ ਬੈਠ ਸਕਣ। ਇਦਾਂ ਦਾ ਇੱਕ ਕਲਾਸਰੂਮ ਤਿਆਰ ਕੀਤਾ ਜਾਊਗਾ। ਪੰਜਾਬ ਸਰਕਾਰ ਦੀ ਨੀਤੀ ਦੇ ਅੰਦਰ ਕੀ ਹੈ, ਪੰਜਾਬ ਸਰਕਾਰ ਦੁਆਰਾ ਗ੍ਰਾਂਟ ਜਾਰੀ ਕੀਤੀ ਜਾਊਗੀ ਕਿ ਉੱਦਾਂ ਦੇ ਕਲਾਸਰੂਮ ਬਣਾਏ ਜਾਣ ਤਾਂ ਜੋ ਬੱਚਿਆਂ ਦੀ ਸਟਰੈਂਥ ਇੱਕ ਕਮਰੇ ਦੇ ਵਿੱਚ ਕਿੰਨੀ ਹੋ ਸਕੇ, 30 ਬੱਚੇ ਇੱਕ ਕਲਾਸਰੂਮ ਦੇ ਵਿੱਚ ਬੈਠ ਸਕਣ। ਉਹਨਾਂ ਦੇ ਲਈ ਕਲਾਸਰੂਮਾਂ ਦੀ ਜਿਹੜੀ ਹੈਗਾ ਜਗ੍ਹਾ ਹੈ ਉਹ 30 ਸਕੁਅਰ ਫੁੱਟ ਦੀ ਹੋਣੀ ਚਾਹੀਦੀ ਹੈ। ਕਮਰਾ ਜਿਹੜਾ ਹੈਗਾ 30 ਸਕੁਅਰ ਫੁੱਟ ਦਾ ਹੋਣਾ ਚਾਹੀਦਾ ਹੈਗਾ। ਉਸ ਤੋਂ ਬਾਅਦ ਕੀ ਹੈ ਜੀ, ਇਸ ਨੀਤੀ ਦੇ ਅਨੁਸਾਰ ਪੰਜਾਬ ਸਰਕਾਰ ਦੁਆਰਾ ਕੁਸ਼ਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਇਹ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਟੀਚਰਾਂ ਦੀ, ਐਕਸਪੀਰੀਅੰਸ ਟੀਚਰ ਜਿੰਨੇ ਵੀ ਅਰਲੀ ਚਾਈਲਡਹੁੱਡ ਕੇਅਰ ਦੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਨੇ, ਜਿੰਨੇ ਵੀ ਐਨਟੀਟੀ ਕੀਤੀ ਆ, ਜਿਨ੍ਹਾਂ ਨੇ ਪੜ੍ਹ ਕੇ ਐਨਟੀਟੀ ਪਾਸ ਕਰ ਲਈ ਇਗਨੋ ਦੁਆਰਾ, ਉਦੋਂ ਬਾਅਦ ਕੀ ਹੈ ਤੁਹਾਡਾ ਇੱਕ ਪੇਪਰ ਲੈਤਾ ਜਾਊਗਾ। ਜਿਹੜੇ ਪੇਪਰ ਦੀ ਆਪਾਂ ਹੁਣ ਤਿਆਰੀ ਕਰ ਰਹੇ ਆ ਉਹ ਪੇਪਰ ਲਿੱਤਾ ਜਾਊਗਾ। ਉਹਦੇ ਵਿੱਚ ਜਿਹੜੇ ਮਾਣਯੋਗ ਅਧਿਆਪਕ ਜਿਹੜੇ ਤਿਆਰੀ ਕਰਕੇ ਜਾਣਗੇ ਉਹ ਪੇਪਰ ਨੂੰ ਕਲੀਅਰ ਕਰ ਲੈਣਗੇ। ਉਹ ਪੇਪਰਾਂ ਦੀ ਗੱਲ ਕਰਦੇ ਆ, ਕੁਸ਼ਲ ਅਧਿਆਪਕਾਂ ਦੀ। ਇਸ ਨੀਤੀ ਅਨੁਸਾਰ ਪੰਜਾਬ ਸਰਕਾਰ ਦੁਆਰਾ ਕੁਸ਼ਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ।
ਕਹਿਣ ਦਾ ਮਤਲਬ ਕੀ ਆ, ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਯੋਗ ਅਧਿਆਪਕਾਂ ਦੀ ਜਿਹੜੀ ਹੈਗੀ ਆ ਭਰਤੀ ਕੀਤੀ ਜਾਣੀ ਚਾਹੀਦੀ ਹੈ। ਪੰਜਵਾਂ ਪੁਆਇੰਟ ਕੀ ਹੈ ਕਿ ਬੱਚੇ ਦੀ ਉਮਰ ਦੇ ਹਿਸਾਬ ਨਾਲ ਪਾਠਕ੍ਰਮ ਤਿਆਰ ਕੀਤਾ ਜਾਵੇ। ਬਹੁਤ ਵਧੀਆ ਪੁਆਇੰਟ ਹੈ ਕਿ ਇਸ ਦੇ ਵਿੱਚ ਕੀ ਹੈ, ਇਸ ਨੀਤੀ ਦੇ ਅਧੀਨ ਕੀ ਲਿਖਿਆ ਗਿਆ ਹੈ ਕਿ ਬੱਚੇ ਦੇ ਅਧੀਨ ਬੱਚਾ ਜਿਹੜਾ ਹੈਗਾ, ਬੱਚੇ ਦੀ ਉਮਰ ਦੇ ਹਿਸਾਬ ਨਾਲ ਬੱਚਾ ਕਿਹੜੀ ਕਲਾਸ ਦੇ ਵਿੱਚ ਬੈਠਦਾ ਹੈਗਾ, ਉਸ ਕਲਾਸ ਦੇ ਅਧੀਨ ਕੀ ਕੀਤਾ ਜਾਊਗਾ, ਬੱਚੇ ਦਾ ਸਿਲੇਬਸ ਜਾਂ ਪਾਠਕ੍ਰਮ ਨੂੰ ਤਿਆਰ ਕੀਤਾ ਜਾਊਗਾ। ਇਹ ਵੀ ਜ਼ਿੰਮੇਵਾਰੀ ਕਿਹਦੀ ਹੈ, ਪੰਜਾਬ ਸਰਕਾਰ ਦੀ ਹੈ। ਨੰਬਰ 6 ਤੇ ਕੀ ਕਹਿੰਦਾ ਹੈ ਕਿ ਇਸ ਨੀਤੀ ਅਨੁਸਾਰ ਬੱਚੇ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਹੀ ਪੜ੍ਹਾਇਆ ਜਾਵੇਗਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਕੁਝ ਟਾਈਮ 5ਵੀਂ ਤੋਂ ਲੈ ਕੇ 5ਵੀਂ 6ਵੀਂ 7ਵੀਂ ਤੱਕ ਕੀ ਹੈ, 5ਵੀਂ ਤੱਕ ਕੀ ਹੈ, ਉਹਨਾਂ ਨੂੰ ਮਾਤਰ ਭਾਸ਼ਾ ਦੇ ਵਿੱਚ ਹੀ ਪੜ੍ਹਾਇਆ ਜਾਊਗਾ। ਹੋ ਸਕਦਾ ਕਿ ਉਸ ਨੂੰ 8ਵੀਂ ਕਲਾਸ ਤੱਕ ਵਧਾਇਆ ਜਾ ਸਕਦਾ ਹੈਗਾ। ਮੈਂ ਇਹ ਵੀ ਗੱਲ ਨਾਲ ਕਹੀ ਸੀਗੀ। ਤੇ ਇਹ ਕੀ ਹੈ ਕਿ ਮਾਤਰ ਭਾਸ਼ਾ ਦੇ ਵਿੱਚ ਹੀ ਉਹਨਾਂ ਸਿਲੇਬਸ ਤਿਆਰ ਕੀਤਾ ਜਾਊਗਾ ਜਿੰਨਾ ਟਾਈਮ ਬੱਚਾ ਉਸ ਚੀਜ਼ ਨੂੰ ਸਮਝ ਸਕੇ। ਅਗਲਾ ਪੁਆਇੰਟ ਕੀ ਹੈ ਕਿ ਇਹ ਹਰ ਇੱਕ ਕਲਾਸ ਨੂੰ ਪੜ੍ਹਨ ਤੇ ਲਿਖਣ ਦੀ ਸਮੱਗਰੀ ਭੇਜੀ ਜਾਵੇਗੀ। ਕਹਿਣ ਦਾ ਮਤਲਬ ਕੀ ਹੈ, ਜਿੰਨਾ ਵੀ ਕਲਾਸ ਦੇ ਵਿੱਚ ਪੜ੍ਹਨ ਅਤੇ ਲਿਖਣ ਦੀ ਸਮੱਗਰੀ ਹੈ ਜਾਂ ਸਮਾਨ ਹੈ, ਠੀਕ ਹੈ ਜੀ, ਉਹਨੂੰ ਕੀ ਹੈ ਜਾਂ ਮਟੀਰੀਅਲ ਕਹਿ ਸਕਦੇ ਹੋ, ਉਹਨੂੰ ਕੀ ਹੈ ਸਰਕਾਰ ਦੁਆਰਾ ਭੇਜਿਆ ਜਾਵੇਗਾ ਤਾਂ ਜੋ ਸਿੱਖਣ ਅਤੇ ਸਿਖਾਉਣ ਦੇ ਵਿੱਚ ਕੋਈ ਵੀ ਕਮੀ ਨਾ ਰਹੇ। ਦੇਖੋ ਜੇਕਰ ਸਮਾਨ ਹੀ ਨਾ ਹੋਊਗਾ ਤਾਂ ਜੇ ਮੰਨ ਲਓ ਤੇ ਕੋਈ ਬਲੈਕ ਬੋਰਡ ਹੀ ਨਾ ਹੋਊਗਾ, ਫਿਰ ਤੁਸੀਂ ਕਾਹਤੇ ਲਿਖ ਕੇ ਸਮਝਾਓਗੇ। ਕਹਿਣ ਦਾ ਮਤਲਬ ਕੀ ਹੈ, ਸਰਕਾਰ ਦੁਆਰਾ ਉਹ ਸਾਰੀ ਸਮੱਗਰੀ ਭੇਜੀ ਜਾਊਗੀ ਜਿਸ ਕਾਰਨ ਸਿੱਖਣ ਤੇ ਸਿਖਾਉਣ ਦੇ ਵਿੱਚ ਕੋਈ ਕਮੀ ਨਾ ਰਹਿ ਸਕੇ। ਉਸ ਤੋਂ ਬਾਅਦ ਕੀ ਹੈ ਕਿ 8ਵਾਂ ਪੁਆਇੰਟ ਕੀ ਕਹਿੰਦਾ ਹੈ, ਬੱਚਿਆਂ ਲਈ ਉਹਨਾਂ ਦੇ ਹਿਸਾਬ ਨਾਲ ਬਾਥਰੂਮ ਤਿਆਰ ਕੀਤੇ ਜਾਣਗੇ ਤੇ ਬੱਚਿਆਂ ਦੇ ਹੱਥ ਧੋਣ ਲਈ ਵਾਸ਼ ਬੇਸ਼ਨ ਬੱਚਿਆਂ ਦੀ ਉਚਾਈ ਦੇ ਹਿਸਾਬ ਨਾਲ ਤਿਆਰ ਕੀਤੇ ਜਾਣਗੇ। ਵਧੀਆ ਪੁਆਇੰਟ ਹੈ, ਚਲੋ ਇੰਪਲੀਮੈਂਟ ਹੋਣਾ ਚਾਹੀਦਾ ਹੈ। ਬੱਚਿਆਂ ਦੇ ਲਈ ਉਹਨਾਂ ਦੇ ਹਿਸਾਬ ਨਾਲ, ਬੱਚਿਆਂ ਦੇ ਹਿਸਾਬ ਨਾਲ ਕੀ ਹੈ, ਬਾਥਰੂਮ ਤਿਆਰ ਕੀਤੇ ਜਾਣਗੇ ਤੇ ਉਹਨਾਂ ਦੇ ਹੱਥ ਧੋਣ ਲਈ ਵਾਸ਼ ਬੇਸ਼ਨ। ਇਹ ਨਹੀਂ ਹੈਗਾ ਵੀ ਬੱਚੇ ਨੂੰ ਚੱਕੋ ਗੋਦੀ ਤੇ ਉਹਦੇ ਹੱਥ ਧਵਾਏ ਰਹੇ ਹੋ, ਠੀਕ ਹੈ, ਇਦਾਂ ਦਾ ਨਹੀਂ ਹੋਊਗਾ। ਇਸ ਵਾਰ ਕੀ ਹੈਗਾ ਕਿ ਬੱਚੇ ਦੀ ਹਾਈਟ ਦੇ ਕੱਦ ਦੇ ਹਿਸਾਬ ਨਾਲ ਉਹਨਾਂ ਦੇ ਜਿਹੜੇ ਹੈਗੇ ਆ ਹੱਥ ਧੋਣ ਦੇ ਲਈ ਵਾਸ਼ ਬੇਸ਼ਨ ਤਿਆਰ ਕੀਤੇ ਜਾਣਗੇ। ਉਸ ਤੋਂ ਬਾਅਦ ਕੀ ਹੈ ਕਿ ਬੱਚਿਆਂ ਦੇ ਸਕੂਲ ਵਿੱਚ ਫਸਟ ਏਡ ਕਿੱਟਾਂ ਹੋਣੀਆਂ ਬਹੁਤ ਜ਼ਰੂਰੀ ਹੈ। ਬਹੁਤ ਵਧੀਆ ਹੈ ਕਿ ਬੱਚਿਆਂ ਦੇ ਲਈ ਡਾਕਟਰੀ ਸਹੂਲਤ ਵੀ ਸਕੂਲਾਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਕੀ ਹੈ ਕਿ ਕੋਈ ਵਾਰੀ ਐਮਰਜੈਂਸੀ ਜਿਹੜੀ ਹੈਗੀ ਆ, ਐਮਰਜੈਂਸੀ ਪੈਣ ਤੇ ਉਸ ਦਾ ਇਸਤੇਮਾਲ ਕੀਤਾ ਜਾਵੇ। ਉਸ ਤੋਂ ਬਾਅਦ ਕੀ ਹੈ ਕਿ 10ਵਾਂ ਪੁਆਇੰਟ ਜਿਹੜਾ ਆਪਣਾ ਲਾਸਟ ਪੁਆਇੰਟ ਅੱਜ ਜਿਹੜਾ ਹੈਗਾ ਉਹਦੇ ਵਿੱਚ ਕੀ ਹੈ ਕਿ ਸਕੂਲ ਵਿੱਚ ਬੱਚਿਆਂ ਦੇ ਅਧਿਆਪਕਾਂ ਦੀ ਅਨੁਪਾਤ ਦੀ ਗਿਣਤੀ 1:20। ਕਹਿਣ ਦਾ ਮਤਲਬ ਕੀ ਹੈ, 1:20 20 ਬੱਚੇ 20 ਬੱਚਿਆਂ ਦੇ ਰਿਕਾਰਡਿੰਗ ਇੱਕ ਅਧਿਆਪਕ। ਸਮਝ ਗਏ ਨਾ ਕਿ ਜੇ ਕਲਾਸ ਦੇ ਵਿੱਚ ਜਿਹੜੀ ਰੇਸ਼ੋ ਹੋਣੀ ਚਾਹੀਦੀ ਹੈ, ਇਹ ਨਵੀਂ ਐਜੂਕੇਸ਼ਨ ਪਾਲਿਸੀ ਦੇ ਅਧੀਨ ਆਊਗੀ। 20 ਬੱਚੇ ਇੱਕ ਕਲਾਸ 'ਚ ਹੋਣਗੇ, 20 ਬੱਚਿਆਂ ਨੂੰ ਇੱਕ ਟੀਚਰ ਟੀਚ ਕਰੇਗਾ। ਇਹ ਪਾਲਿਸੀ ਨਵੀਂ ਨੀਤੀ ਦੇ ਵਿੱਚ ਲਿਆਤੀ ਗਈ ਆ। ਦੂਸਰੀ ਕੀ ਹੈ, ਇਹ ਜਿਹੜਾ ਹੋਊਗਾ, ਇਹ ਜਿਹੜਾ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ 1:20 ਜਿਹੜਾ ਹੋਊਗਾ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਲਈ ਹੋਊਗਾ। 3 ਤੋਂ ਲੈ ਕੇ 6 ਸਾਲ ਦੇ ਲਈ ਬੱਚਿਆਂ ਲਈ ਹੋਊਗਾ। ਤੇ 0:1 ਉਦੋਂ ਬਾਅਦ ਕੀ ਹੈ ਕਿ 1:10 ਜਿਹੜਾ ਹੈਗਾ ਉਹ ਜਿਹੜਾ ਹੋਊਗਾ ਜੀ 0 ਤੋਂ ਲੈ ਕੇ 3 ਸਾਲ ਦੇ ਬੱਚਿਆਂ ਲਈ। 1:1 ਇੱਕ ਟੀਚਰ 10 ਬੱਚਿਆਂ ਨੂੰ ਪੜ੍ਹਾਵੇਗਾ। 1:10 ਮੈਂ ਸਾਰਾ ਰਫ ਕਰਦਾ, ਮੈਂ ਦੁਬਾਰਾ ਦੱਸਦਾ ਕਿ ਸਕੂਲ ਵਿੱਚ ਬੱਚਿਆਂ ਦੀ ਅਨੁਪਾਤ, ਬੱਚਿਆਂ ਦੀ ਰੇਸ਼ੋ ਜਿਹੜੀ ਹੋਵੇਗੀ 1:1। ਅਧਿਆਪਕ 20 ਬੱਚਿਆਂ ਨੂੰ ਪੜ੍ਹਾਵੇਗਾ 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਨੂੰ। ਦੂਜੀ ਕੀ ਹੈ ਕਿ ਬੱਚੇ ਜਿਹੜੇ ਹੈਗੇ ਨੇ 0 ਤੋਂ ਲੈ ਕੇ 3 ਸਾਲ ਦੇ ਬੱਚੇ, ਉਹਨਾਂ ਨੂੰ ਇੱਕ ਅਧਿਆਪਕ ਪੜ੍ਹਾਵੇਗਾ ਤੇ 10 ਬੱਚੇ ਹੋਣਗੇ ਕਲਾਸ ਦੇ ਵਿੱਚ। ਇਹਦੇ ਵਿੱਚ ਕੀ ਹੈ ਕਿ 1:20 3 ਤੋਂ 6 ਸਾਲ ਦੇ ਬੱਚੇ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰਾ ਕੀ ਹੈ ਕਿ 1:10 0 ਤੋਂ ਲੈ ਕੇ 3 ਸਾਲ ਦੇ ਬੱਚਿਆਂ ਦੇ ਲਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਇੰਪਲੀਮੈਂਟ ਕਰੂਗੀ ਤੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਤੁਸੀਂ ਇਹ ਚੰਗੇ ਤਰੀਕੇ ਨਾਲ ਨੋਟ ਕਰਿਓ। ਤੇ ਇੱਕ ਤੁਹਾਨੂੰ ਹੋਰ ਹੈ ਕਿ ਆਪਣੀ ਵੀਡੀਓ ਦੇ ਨੀਚੇ 2 ਗਰੁੱਪ ਦਿੱਤੇ ਹੁੰਦੇ ਨੇ। ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ WhatsApp ਗਰੁੱਪ ਅਕੈਡਮੀ ਦਾ ਜੁਆਇਨ ਕਰਨਾ ਚਾਹੁੰਦੇ ਹੋ ਤਾਂ WhatsApp ਗਰੁੱਪ ਵੀ ਤੁਸੀਂ ਅਕੈਡਮੀ ਦਾ ਜੁਆਇਨ ਕਰ ਸਕਦੇ ਹੋ। ਤਾਂ ਉਹ ਸਾਰੇ ਦੋਨੇ ਜਿਹੜੀਆਂ ਚੀਜ਼ਾਂ ਨੇ ਉਹ
ਆਪਾਂ ਲਿੰਕ ਦੇ ਵੀਡੀਓ ਦੇ ਥੱਲੇ ਲਿੰਕ ਦਿੱਤਾ ਹੋਊਗਾ ਦੋਨਾਂ ਦੇ ਵਿੱਚ। ਤੁਹਾਨੂੰ ਉਹਦੇ ਵਿੱਚ ਕੀ ਹੈ, ਸਾਰੀਆਂ ਪੀਡੀਐਫਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਤਾਂ ਉਹ ਪੀਡੀਐਫਾਂ ਜਿਹੜੀਆਂ ਹੈਗੀਆਂ, ਤੁਹਾਨੂੰ ਜੇ ਕਈ ਵਾਰੀ ਨੋਟਸ ਨਹੀਂ ਬਣਦੇ ਤਾਂ ਤੁਸੀਂ ਉਹ ਪੀਡੀਐਫਾਂ ਡਾਊਨਲੋਡ ਕਰਕੇ ਪ੍ਰਿੰਟ ਕਢਾ ਲਿਓ, ਨਹੀਂ ਪ੍ਰਿੰਟ ਕਢਾਉਣੇ ਫੋਨ ਦੇ ਵਿੱਚ ਦੇਖ ਲਿਓ, ਠੀਕ ਹੈ। ਤਾਂ ਐਜ਼ ਇਟ ਇਜ਼ ਤੁਹਾਨੂੰ ਯਾਦ ਰਹਿ ਜੂਗਾ, ਠੀਕ ਹੈ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੈਣ ਵਾਸਤੇ ਸਾਡੇ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਕੀ ਹੈ ਐਡ ਹੋਵੋ, ਠੀਕ ਹੈ, ਤਾਂ ਜੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਬੈਨੀਫਿਟ ਮਿਲ ਸਕੇ। ਇੱਕ ਤੁਹਾਨੂੰ ਹੋਰ ਹੈ ਕਿ ਆਪਣੀ ਅਕੈਡਮੀ ਦਾ ਜਿਹੜਾ ਹੈਗਾ ਪਲੇ ਲਿਸਟ ਤਿਆਰ ਹੋ ਚੁੱਕੀ ਹੈ। ਪਲੇ ਲਿਸਟ ਦੇ ਵਿੱਚ ਕੀ ਹੈ ਕਿ ਪੋਲਿਟੀ ਦੇ ਕੁਐਸਚਨ ਜਿਹੜੇ ਬਲਜੀਤ ਸਰ ਨੇ ਉਹ ਪਾਉਂਦੇ ਨੇ, ਉਹਨਾਂ ਦੇ ਜਿਹੜੇ ਹੈਗੇ ਆ ਉਹ ਸਾਰੇ ਕੰਪਲੀਟ ਕਰੀ ਜਾਂਦੇ ਨੇ, ਤਾਂ ਉਹਨਾਂ ਨੂੰ ਜ਼ਰੂਰ ਦੇਖਿਓ। ਆਪਣੀ ਨੈਸ਼ਨਲ ਐਜੂਕੇਸ਼ਨ ਦੀਆਂ 4 ਵੀਡੀਓ ਹੋ ਚੁੱਕੀਆਂ ਨੇ, ਠੀਕ ਹੈ, ਉਹਨਾਂ ਨੂੰ ਵੀ ਦੇਖਿਓ। ਜਿਹੜੀਆਂ ਆਪਣਾ ਚੱਲ ਰਹੀਆਂ ਨੇ, ਅੱਜ 5ਵੀਂ ਵੀਡੀਓ ਹੈ, ਉਹ ਵੀ ਅਪਲੋਡ ਕਰ ਦਿੱਤੀ ਜਾਊਗੀ। ਉਸ ਤੋਂ ਬਾਅਦ ਕੀ ਹੈ ਕਿ ਪੰਜਾਬ ਜੀਕੇ ਦੀਆਂ ਜਿਹੜੀਆਂ ਹੈਗੀਆਂ ਲਗਭਗ ਸਾਰੀ ਕੰਪਲੀਟ ਕਰਵਾ ਦਿੱਤੀ ਹੈ। ਇੱਕ ਅੱਧੀ ਕਲਾਸ ਰਹਿੰਦੀ ਹੈ, ਉਹ ਪਾ ਦਿੱਤੀ ਜਾਊਗੀ ਤੁਹਾਨੂੰ। ਹਿਸਟਰੀ ਆਫ ਇੰਡੀਆ 5 ਕਲਾਸਾਂ ਹੋ ਚੁੱਕੀਆਂ ਨੇ, ਦਿੱਲੀ ਸੁਲਤਾਨਤ ਚੱਲ ਰਿਹਾ ਸੀਗਾ, ਠੀਕ ਹੈ। ਤਾਂ ਹਿਸਟਰੀ ਆਫ ਇੰਡੀਆ ਉਹ ਵੀ ਜ਼ਰੂਰੀ ਨੇ ਆਪਣੇ ਵਾਸਤੇ, ਤਾਂ ਉਹ ਵੀ। ਤੇ ਪ੍ਰੀਵੀਅਸ ਮੋਕ ਟੈਸਟ ਜਿਹੜੇ ਹੈਗੇ ਆ ਬਲਜੀਤ ਸਰ ਕਰਵਾਉਂਦੇ ਨੇ, ਜਿਨ੍ਹਾਂ ਦਾ 19ਵਾਂ ਰੈਂਕ ਹੈ ਜੀ ਪੂਰੇ ਪੰਜਾਬ ਦੇ ਵਿੱਚੋਂ 19ਵਾਂ ਰੈਂਕ ਹੈ। ਜੇਲ੍ਹ ਸੁਪਰਡੈਂਟ ਦੀਆਂ ਪੋਸਟਾਂ ਆਈਆਂ ਸੀਗੀਆਂ, ਠੀਕ ਹੈ। ਅਸਿਸਟੈਂਟ ਸੁਪਰਡੈਂਟ ਸੀਗਾ ਜੀ, ਉਹਦੀਆਂ ਪੋਸਟਾਂ ਆਈਆਂ ਸੀਗੀਆਂ। ਆਲ ਆਫ ਇੰਡੀਆ ਪੰਜਾਬ ਜਿਹੜਾ ਹੈਗਾ ਉਹਨਾਂ ਦਾ 19ਵਾਂ ਰੈਂਕ ਆ। ਉਹ ਸਾਰੀਆਂ ਜਿਹੜੇ ਹੈਗੇ ਤੁਹਾਨੂੰ ਸਟੈਟਿਕ ਜੀਕੇ ਤਿਆਰ ਕਰਵਾਉਣੇ ਨੇ, ਤਾਂ ਉਹ ਸਾਰੀਆਂ ਚੀਜ਼ਾਂ ਜ਼ਰੂਰ ਕਰੋ। ਤੁਹਾਨੂੰ ਇੱਕ ਰਿਕੁਐਸਟ ਹੈ ਕਿ ਆਪਣਾ ਜਿਹੜੀਆਂ ਹੈਗਾ ਅਕੈਡਮੀ ਦਾ ਚੈਨਲ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਠੀਕ ਹੈ, ਸ਼ੇਅਰ ਕਰੋ, ਤਾਂ ਜੋ ਕੀ ਹੈ ਦੂਸਰੇ ਦਾ ਜਿਹੜੇ ਕੈਂਡੀਡੇਟਾਂ ਕੋਲੇ ਜਾਵੇ ਉਹ ਵੀ ਇਸ ਦਾ ਲਾਹਾ ਲੈ ਸਕਣ, ਬੈਨੀਫਿਟ ਉਹਨਾਂ ਨੂੰ ਮਿਲ ਸਕੇ। ਤੇ ਵੱਧ ਤੋਂ ਵੱਧ ਜਿਹੜਾ ਹੈਗਾ ਆਪਣੀ ਅਕੈਡਮੀ ਦਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਾਓ, ਠੀਕ ਹੈ ਜੀ। ਓਕੇ ਜੀ, ਥੈਂਕ ਯੂ, ਧੰਨਵਾਦ।